एका निर्भव एका निर्भव बात सुनी एका निर्भव बात सुनी सो सुखिया सो सदा सुहेला सो सुखिया सो सदा सुहेला जो गुर मिल गाए गुणी भलिया पुरुषां दियां यादां भलिया पुरुषां दियां यादां दुनिया ते रहन गियां भलिया पुरुषां दियां यादां दुनिया ते रहन गियां भलिया पुरुषां दियां यादां उन्हां दी यादगार ते मेले पै लगदे ने फुल्लां दी वरखा हुंदी दीवे पै जगदे ने उन्हां दी यादगार ते मेले पै लगदे ने फुल्लां दी वरखा हुंदी दीवे पै जगदे ने गाणगे ढाडी वारा गाणगे ढाडी वारा संगतां जुड़ बैन गियां भलिया पुरुषां दियां यादां दुनिया ते रहन गियां भलिया पुरुषां दियां यादां जिंदगी दा सफर आदमी लिखिया जो करता है कड़िया जो फुटदा भी है जम्मिया जो मरदा है जिंदगी दा सफर आदमी लिखिया जो करता है कड़िया जो फुटदा भी है जम्मिया जो मरदा है हंजुआं दियां नदियां ना पर हंजुआं दियां नदियां ना पर हर एक लई बहन गियां भलिया पुरुषां दियां यादां दुनिया ते रहन गियां भलिया पुरुषां दियां यादां सुख वारे जो अपना बिगड़े कारज दूजे दा सवारे जो दुनिया दी खातिर कोई अपना सुख वारे जो अपना बिगड़े कारज दूजे दा सवारे जो उस दी नेकी दियां
ਸਿਖਰਾਂ ਉਸ ਦੀ ਨੇਕੀ ਦੀਆਂ ਸਿਖਰਾਂ ਢਾਹੇ ਨਾ ਟਹਿਣਗੀਆਂ ਭਲਿਆਂ ਪੁਰਸ਼ਾਂ ਦੀਆਂ ਯਾਦਾਂ ਦੁਨੀਆ ਤੇ ਰਹਿਣਗੀਆਂ ਭਲਿਆਂ ਪੁਰਸ਼ਾਂ ਦੀਆਂ ਯਾਦਾਂ ਸਾਰਾ ਹੀ ਜੀਵਨ ਜਿਸ ਦਾ ਲੋਕਾਂ ਲਈ ਹੰਡਿਆ ਹੈ ਜਿਸ ਨੇ ਬੜੂ ਸਾਹਿਬ ਵਾਲਿਆ ਚਾਨਣ ਹੀ ਵੰਡਿਆ ਹੈ ਕੌਮਾਂ ਦੀ ਜ਼ਿੰਦਗੀ ਨੂੰ ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ ਕਿਸੇ ਤਾਕਤ ਤਲਵਾਰ ਨੂੰ ਮੁੱਖ ਦੱਸਿਆ ਕਿਸੇ ਫਲਸਫੇ ਦੱਸੇ ਰੂਹਾਨੀਆਂ ਦੇ ਗੱਲਾਂ ਸਾਰੀਆਂ ਕੋਮਲ ਜੀ ਚੰਗੀਆਂ ਨੇ ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ ਐ ਪਰ ਤਤ ਸਿਆਣਿਆ ਕੱਢਿਆ ਏ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ ਸਾਰਾ ਹੀ ਜੀਵਨ ਜਿਸ ਦਾ ਲੋਕਾਂ ਲਈ ਹੰਡਿਆ ਹੈ ਜਿਸ ਨੇ ਬੜੂ ਸਾਹਿਬ ਵਾਲਿਆ ਚਾਨਣ ਹੀ ਵੰਡਿਆ ਹੈ ਸਾਰਾ ਹੀ ਜੀਵਨ ਜਿਸ ਦਾ ਲੋਕਾਂ ਲਈ ਹੰਡਿਆ ਹੈ ਜਿਸ ਨੇ ਬੜੂ ਸਾਹਿਬ ਵਾਲਿਆ ਚਾਨਣ ਹੀ ਵੰਡਿਆ ਹੈ ਸੱਥਾਂ ਵਿੱਚ ਸਦਾ ਹੀ ਬਾਤਾਂ ਸੱਥਾਂ ਵਿੱਚ ਸਦਾ ਹੀ ਬਾਤਾਂ ਉਸੇ ਦੀਆਂ ਪੈਣਗੀਆਂ ਭਲਿਆਂ ਪੁਰਸ਼ਾਂ ਦੀਆਂ ਯਾਦਾਂ ਦੁਨੀਆ ਤੇ ਰਹਿਣਗੀਆਂ ਭਲਿਆਂ ਪੁਰਸ਼ਾਂ ਦੀਆਂ ਯਾਦਾਂ ਹਾਂ ਦੁਨੀਆ ਤੇ ਰਹਿਣਗੀਆਂ ਭਲਿਆਂ ਪੁਰਸ਼ਾਂ ਦੀਆਂ ਯਾਦਾਂ ਦੁਨੀਆ ਤੇ ਰਹਿਣਗੀਆਂ ਭਲਿਆਂ ਪੁਰਸ਼ਾਂ ਦੀਆਂ ਯਾਦਾਂ ਹਾਂ ਦੁਨੀਆ ਤੇ ਰਹਿਣਗੀਆਂ ਭਲਿਆਂ ਪੁਰਸ਼ਾਂ ਦੀਆਂ ਯਾਦਾਂ ਬਿਰਥਾ ਖੂਨ ਸ਼ਹੀਦਾਂ ਦਾ ਨਹੀਂ ਜਾਂਦਾ ਜਿੱਥੇ ਡੁੱਲਦਾ ਜੁਗ ਪਲਟਾ ਦੇਵੇ ਇਹ ਖੂਨ ਬਰੂਦ ਦੀ ਚਿਣਗ ਬਣ ਕੇ ਹਿਰਦੇ ਜਜ਼ਬਿਆਂ ਦੇ ਭਾਂਬੜ ਲਾ ਦੇਵੇ ਇਹ ਚੜੇ ਤੂਫਾਨਾਂ ਨੂੰ ਸ਼ਾਂਤ ਕਰਦਾ ਕਿਧਰੇ ਇਹ ਭੁਚਾਲ ਲਿਆ ਦੇਵੇ ਇਹ ਖੂਨ ਮਨੁੱਖਤਾ ਲਈ ਟੀਕਾ ਮੁਰਦਾ ਕੌਮ ਵਿੱਚ ਜ਼ਿੰਦਗੀ ਪਾ ਦੇਵੇ जुगो जुग अटल गुरु गरीब निवाज चवर छतर तख्त सिंहासन के मालक कायम दायम सदा पातशाही हाजिर हजूर जाहर जहूर गुरगद्दी पर विराजमान सुभायमान प्रकाशमान धन 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 साहिब श्री गुरु ग्रंथ साहिब जीओ महाराज साहिब सच्चे पातशाह सतगुरां दी पावन अते पवित्र हजूरी अंदर दो रोजा महान गुरमत समागम विच हर साल की तरह दूरों नेड़ों चल के बड़ी शरधा बड़ी भावना दे नाल हाजरियां भर रहे गुरु रूप गुरु प्यारे खालसा जी
ਸਤਿਗੁਰੂ ਜੀ ਦੇ ਸਤਕਾਰ ਵਿੱਚ ਦੋਵੇਂ ਹੱਥ ਜੋੜ ਕੇ ਸੀਸ ਝੁਕਾਈਏ। ਰਸਨਾ ਫਤਿਹ ਦੇ ਸਿਮਰਨ ਨਾਲ ਪਵਿੱਤਰ ਕਰਦੇ ਹੋਏ ਇੱਕ ਵਾਰ ਕਹਿਣ ਤੇ ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਉਂ ਬੁਲਾਵੇ ਕਿ ਤਿਉਂ ਬੋਲੇ ਹੈ ਸੁਆਮੀ, ਕੁਦਰਤ ਕਬ ਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਿਗੁਰਾਂ ਨੇ ਮਹਾਨ ਰਹਿਮਤ ਕੀਤੀ ਹੈ, ਨਜ਼ਰ ਇਨਾਇਤ ਕੀਤੀ ਹੈ, ਆਪਣੀ ਚਰਨ ਛੋਹ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ੀ ਹੈ। ਆਵਾਜ਼ ਵਧਾ ਦਿਓ ਤੇ ਰਿਪੀਟ ਘੱਟ ਕਰ ਦਿਓ, ਆਵਾਜ਼ ਵਧਾ ਦਿਓ। ਸਤਿਗੁਰਾਂ ਨੇ ਮਹਾਨ ਰਹਿਮਤ ਕੀਤੀ ਹੈ, ਸਤ ਸੰਗਤ ਦੀਆਂ ਘੜੀਆਂ ਮਹਾਰਾਜ ਨੇ ਬਖਸ਼ੀਆਂ ਨੇ ਤੇ ਬੜੇ ਪਿਆਰ ਨਾਲ ਆਪ ਜੀ ਸਰਬੱਤ ਮਾਈ ਪਾਈ। ਬਿਲਕੁਲ ਠੀਕ ਹੈ ਜੀ। ਦੂਰੋਂ ਨੇੜਿਓਂ ਚੱਲ ਕੇ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚੇ ਹੋ। ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਉਸ ਤੋਂ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਆਪ ਜੀ ਨੇ ਗੁਰ ਇਤਿਹਾਸ ਦੀ ਕਥਾ ਸਰਵਣ ਕੀਤੀ, ਸ਼ਹੀਦਾਂ ਦੀ ਦਾਸਤਾਨ ਸਰਵਣ ਕੀਤੀ। ਨਨਕਾਣਾ ਸਾਹਿਬ ਵਿਖੇ ਕੀ ਵਾਪਰਿਆ 20 ਫਰਵਰੀ 1921 ਈਸਵੀ ਨੂੰ ਅੰਮ੍ਰਿਤ ਵੇਲੇ ਦੇ ਸਮੇਂ 6 ਤੋਂ ਲੈ ਕੇ 7:30 ਵਜੇ ਤੱਕ 1.5 ਘੰਟਾ 200 ਸਿੰਘ ਸ਼ਹੀਦ ਹੋਏ। ਉਹਨਾਂ ਸ਼ਹੀਦਾਂ ਦੀ ਪਵਿੱਤਰ ਸ਼ਹਾਦਤ ਦੀ ਦਾਸਤਾਨ ਆਪ ਜੀ ਨੇ ਸਰਵਣ ਕੀਤੀ। ਆਓ ਇਤਿਹਾਸ ਦੀਆਂ ਕੁਝ ਲੜੀਆਂ ਅਜੋਕੇ ਦਿਨਾਂ ਨਾਲ ਸੰਬੰਧਿਤ ਆਪ ਜੀ ਸਨਮੁਖ ਅਰਜ਼ ਕਰਨ ਲੱਗੇ ਹਾਂ। ਆਓ ਇਸੇ ਤਰ੍ਹਾਂ ਇਕਾਗਰਤਾ ਦਾ ਸਬੂਤ ਬਖਸ਼ਦਿਆਂ ਹੋਇਆਂ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਜੁੜ ਮਿਲ ਬੈਠੀਏ। ਕੁਝ ਕਹਿਣ ਦੀ ਅਸੀਸ ਪ੍ਰਦਾਨ ਕਰੋ, ਸਰਬੱਤ ਦਾ ਭਲਾ ਮੰਗਦੇ ਹੋਏ ਪਿਆਰ ਸਹਿਤ ਸਾਰੀ ਸੰਗਤ ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਰਦਾਸ ਵਿੱਚ ਆਪਾਂ ਨਿਤ ਪੜ੍ਹਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮਕ ਹਿੱਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ। ਇਸੇ ਬੰਦ ਵਿੱਚ, ਇਸੇ ਪਹਿਰੇ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ ਵੀ ਜੰਡਾਂ ਨਾਲ ਪੁੱਠੇ ਬੰਨ ਕੇ ਸਾੜੇ ਗਏ, ਖੋਪਰੀਆਂ ਲੋਹਾਈਆਂ। ਜੰਡਾਂ ਨਾਲ ਬੰਨ ਕੇ ਸਾੜੇ ਗਏ ਤੇ ਖੋਪਰੀਆਂ ਲੋਹਾਈਆਂ, ਇਹ ਸ਼ਬਦ ਇਸ ਪਹਿਰੇ ਵਿੱਚ ਆਉਂਦੇ ਨੇ ਤੇ ਆਪਾਂ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਆਖਦੇ ਹਾਂ ਸ਼੍ਰੀ ਵਾਹਿਗੁਰੂ। ਆਪ ਜੀ ਨੇ ਸਰਵਣ ਕੀਤਾ ਕਿ ਭਾਈ ਸਾਹਿਬ ਜੀ ਹੋਰਾਂ ਪਾਸੋਂ 126 ਖੋਪਰੀਆਂ ਨਨਕਾਣਾ ਸਾਹਿਬ ਸਾਕੇ ਤੋਂ ਉਪਰੰਤ ਪ੍ਰਾਪਤ ਹੋਈਆਂ ਤੇ ਜੰਡ ਨਾਲ ਪੁੱਠਾ ਬੰਨ ਕੇ ਸਾੜਿਆ ਗਿਆ। ਇੱਕ ਹੈ ਉਹ ਸਿੱਖ ਜਿਨ੍ਹਾਂ ਨੂੰ ਜੰਡ ਨਾਲ ਪੁੱਠਾ ਬੰਨ ਕੇ, ਦਰਖਤ ਨਾਲ ਪੁੱਠਾ ਬੰਨ ਕੇ ਉਹਨਾਂ ਦੀ ਜਿਉਂਦੇ ਜੀ ਖੱਲ ਲਾ ਦਿੱਤੀ ਗਈ। ਉਹ ਸੀ ਭਾਈ ਜੈ ਸਿੰਘ, ਸੂਬਾ ਸਰਹੰਦ ਵਜ਼ੀਰ ਖਾਨ ਦੇ ਵੱਲੋਂ ਭਾਈ ਜੈ ਸਿੰਘ ਦੀ ਪੁੱਠੀ ਖੱਲ ਲਾ ਦਿੱਤੀ ਗਈ, ਰੁੱਖ ਨਾਲ ਬੰਨ ਕੇ, ਪੁੱਠਾ ਲਟਕਾ ਕੇ। ਇੱਕ ਹੈ ਜੰਡ ਨਾਲ ਪੁੱਠਾ ਲਟਕਾ ਕੇ ਜਿਉਂਦੇ ਜੀ ਅੱਗ ਲਾ ਕੇ ਸਾੜ ਦਿੱਤਾ ਗਿਆ। ਉਹ ਹੈ ਭਾਈ ਲਛਮਣ ਸਿੰਘ ਧਾਰੋਵਾਲੀ। ਇਹ ਧਾਰੋਵਾਲੀ ਨਗਰ ਪਾਕਿਸਤਾਨ ਦੇ ਵਿੱਚ ਹੈ। ਉਸ ਤੋਂ ਬਾਅਦ ਵਿੱਚ ਕੁਝ ਪ੍ਰਾਣੀ ਉੱਠ ਕੇ, ਕੁਝ ਪਰਿਵਾਰ ਦੇ ਜੀ ਉੱਠ ਕੇ 47 ਦੀ ਵੰਡ ਤੋਂ ਬਾਅਦ ਗੁਰਦਾਸਪੁਰ ਦੇ ਇਲਾਕੇ ਵਿੱਚ ਆ ਕੇ ਵਸੇ। ਹੁਣ ਇੱਥੇ ਨਗਰ ਹੈ ਸ਼ਿਸ਼ੋਭਤ ਧਾਰੋਵਾਲੀ। ਪਰ ਇਹ ਉਹਨਾਂ ਦੇ ਪੁਰਖਿਆਂ ਦਾ, ਉਹਨਾਂ ਦੇ ਪਰਿਵਾਰਕ ਜਿਹੜੇ ਰਿਸ਼ਤੇਦਾਰ, ਸਾਖ ਸੰਬੰਧੀ ਭੈਣ ਭਰਾ ਵੰਡ ਹੋਣ ਤੋਂ ਬਾਅਦ ਇੱਥੇ ਆ ਵਸੇ। ਪਰ ਜਿਹੜਾ ਪੁਰਾਤਨ ਧਾਰੋਵਾਲੀ ਨਗਰ ਹੈ, ਜਿੱਥੋਂ ਚੱਲ ਕੇ ਭਾਈ ਲਛਮਣ ਸਿੰਘ ਧਾਰੋਵਾਲੀ ਜਥਾ ਲੈ ਕੇ ਨਨਕਾਣਾ ਸਾਹਿਬ ਆਏ ਸਨ, ਉਹ ਪਾਕਿਸਤਾਨ ਵਿੱਚ ਸੰਬੰਧਿਤ ਹੈ। ਉਹ ਸਾਕਾ ਆਪ ਜੀ ਨੇ ਸਰਵਣ ਕੀਤਾ ਹੈ। ਜੰਡ ਨਾਲ ਪੁੱਠਾ ਬੰਨ ਕੇ ਸਾੜਿਆ ਗਿਆ ਭਾਈ ਲਛਮਣ ਸਿੰਘ ਧਾਰੋਵਾਲੀ। ਹੱਸ ਹੱਸ ਕੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ। ਸ਼ਾਮ ਦਾ ਵਕਤ ਸੀ, ਸਾਧ ਸੰਗਤ 22 ਫਰਵਰੀ ਦਾ, ਜਦੋਂ ਉਹਨਾਂ ਸ਼ਹੀਦਾਂ ਦੀਆਂ, ਉਹਨਾਂ ਦੇ ਮਾਸ ਦੇ ਟੋਕਰੇ, ਉਹਨਾਂ ਦੀਆਂ ਹੱਡੀਆਂ ਦੇ ਟੋਕਰੇ, ਉਹਨਾਂ ਦੀਆਂ 126 ਖੋਪਰੀਆਂ, 7 ਅੱਧ ਸੜੀਆਂ ਲਾਸ਼ਾਂ, ਸਾਰਾ ਕੁਝ ਚਿਖਾ ਉੱਤੇ ਰੱਖ ਕੇ ਜਦੋਂ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਣ ਲੱਗਾ ਤੇ ਉੱਥੇ ਜਦੋਂ ਅੰਤਮ ਅਰਦਾਸ ਕੀਤੀ ਜਾਣ ਲੱਗੀ ਸ਼ਹੀਦਾਂ ਦੀ, ਚਿਖਾ ਨੂੰ ਲਾਂਬੂ ਲਾਉਣ ਤੋਂ ਪਹਿਲਾਂ ਤੇ ਅਰਦਾਸ ਕਰਨ ਵਾਲੇ ਸਨ ਪ੍ਰੋਫੈਸਰ ਜੋਧ ਸਿੰਘ। ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਚਿਖਾ ਵੱਲ ਵੇਖਿਆ। ਉਹਨਾਂ ਨੇ ਇੱਕ ਜ਼ਰੂਰੀ ਆਵਾਜ਼ ਦਿੱਤੀ, ਅਨਾਉਂਸਮੈਂਟ ਕੀਤੀ। ਉਹ ਆਖਣ ਲੱਗੇ, ਕੁਝ ਤਰਕਵਾਦੀ ਲੋਕ ਸਾਡੇ ਤੇ ਤਰਕ ਕਰਦੇ ਨੇ ਤੇ ਆਖਦੇ ਨੇ ਵੀ ਸਿੱਖਾਂ ਨੇ ਸਿਰਫ ਗੱਲਾਂ ਹੀ ਲਿਖੀਆਂ ਨੇ ਇਤਿਹਾਸ ਵਿੱਚ ਵੀ ਖੋਪੜੀਆਂ ਲੋਹਾਈਆਂ, ਦਰਖਤਾਂ ਨਾਲ ਪੁੱਠੇ ਬੰਨ ਕੇ ਸਾੜੇ ਗਏ। ਇਹਨਾਂ ਦੀਆਂ ਕੋਈ ਖੋਪੜੀਆਂ ਲਿਲਥੀਆਂ, ਕੋਈ ਦਰਖਤਾਂ ਨਾਲ ਪੁੱਠੇ ਬੰਨ ਕੇ ਨਹੀਂ ਸਾੜੇ, ਇਹ ਸਿਰਫ ਤੇ ਸਿਰਫ ਗੱਲਾਂ ਨੇ। ਉਸ ਵਕਤ ਤਰਕਵਾਦੀ ਲੋਕ ਬੜਾ ਵੱਡਾ ਸ਼ੱਕ ਕਰਿਆ ਕਰਦੇ ਸਨ, ਕਿੰਤੂ ਕਰਿਆ ਕਰਦੇ ਸਨ ਇਤਿਹਾਸ ਉੱਤੇ। ਪ੍ਰੋਫੈਸਰ ਜੋਧ ਸਿੰਘ ਨੇ ਸ਼ਹੀਦਾਂ ਦੀ ਮੜੀ ਦੇ ਕੋਲ ਖੜ ਕੇ ਆਵਾਜ਼ ਦੇ ਕੇ ਆਖਿਆ, ਅਸੀਂ ਚਿਖਾ ਚਿਣੀ ਹੈ, ਅਸੀਂ ਅੱਜ ਨਹੀਂ ਸੰਸਕਾਰ ਕਰਾਂਗੇ, 10 ਦਿਨ ਹੋਰ ਨਹੀਂ ਸੰਸਕਾਰ ਕਰਾਂਗੇ। ਜਿਹਨੂੰ ਸਾਡੇ ਇਤਿਹਾਸ ਉੱਤੇ ਕੋਈ ਕਿੰਤੂ ਹੈ,
ਵੀ ਪੁਰਾਣੇ ਸਮੇਂ ਵਿੱਚ ਇਦਾਂ ਨਹੀਂ ਹੋਇਆ। ਆ ਤੁਹਾਡੇ ਸਾਹਮਣੇ ਚਿਖਾ ਹੈ 126 ਖੋਪਰੀਆਂ ਪਈਆਂ ਨੇ। ਅਸੀਂ ਇਤਿਹਾਸ ਵਿੱਚ ਕਹਿੰਦੇ ਹਾਂ ਖੋਪਰੀਆਂ ਲੁਹਾਈਆਂ, ਬੰਦ ਕਟਾਏ, ਟੋਟੇ ਹੋਏ, ਗੁਰੂ ਘਰ ਵਾਸਤੇ ਕੁਰਬਾਨੀਆਂ ਕੀਤੀਆਂ, ਦਰਖਤਾਂ ਨਾਲ ਪੁੱਠੇ ਬੰਨ ਕੇ ਸਾੜੇ ਗਏ। ਆਖਣ ਲੱਗੇ ਅੱਜ ਤੁਹਾਡੇ ਸਾਹਮਣੇ ਚਿਖਾ ਹੈ, ਆ ਸ਼ਹੀਦਾਂ ਦੇ ਸਰੀਰ ਪਏ ਨੇ, ਖੋਪਰੀਆਂ ਪਈਆਂ ਨੇ। ਕੱਲ ਨੂੰ ਨਾ ਸਾਡੇ ਉੱਤੇ ਕਿੰਤੂ ਕਰਿਓ, ਸ਼ੱਕ ਕਰਿਓ। ਜਿੰਨੇ ਪ੍ਰੈਕਟੀਕਲ ਅੱਜ ਵੇਖਣਾ ਹੈ ਉਹ ਨਨਕਾਣਾ ਸਾਹਿਬ ਆ ਕੇ ਵੇਖ ਸਕਦਾ ਹੈ ਵੀ ਅਸੀਂ ਸਿਰਫ ਗੱਲਾਂ ਹੀ ਨਹੀਂ ਕਰਦੇ, ਅਸੀਂ ਆਪਣਾ ਖੂਨ ਡੋਲ ਕੇ ਇਹ ਇਤਿਹਾਸ ਬਣਾਇਆ ਹੈ। ਪ੍ਰੋਫੈਸਰ ਜੋਧ ਸਿੰਘ ਨੇ ਅਰਦਾਸ ਕਰਨ ਤੋਂ ਪਹਿਲਾਂ ਇਹ ਆਵਾਜ਼ ਦਿੱਤੀ ਵੀ ਕਿੰਤੂ ਕਰਨ ਵਾਲਾ ਕੋਈ ਰਹਿ ਨਾ ਜਾਵੇ। ਆ ਕੇ ਵੇਖ ਸਕਦੇ ਹੋ ਸਾਡੀਆਂ ਖੋਪਰੀਆਂ, ਸਾਡੇ ਮਾਸ ਦੇ ਟੋਟੇ ਤੇ ਸਾਡੀਆਂ ਦਸੜੀਆਂ ਲਾਸ਼ਾਂ ਕਿਵੇਂ ਗੁਰੂ ਵਾਸਤੇ ਸਿੱਖਾਂ ਨੇ ਤਨ ਮਨ ਕਾਟ ਸਬਰ ਪੀ, ਵਿੱਚ ਅਗਨੀ ਆਪ ਜਲਾਈ, ਆਪਣੇ ਆਪ ਉੱਤੇ ਕਿਵੇਂ ਦੁੱਖ ਸਹਿ ਨੇ ਤੇ ਗੁਰੂ ਧਾਮਾਂ ਨੂੰ ਆਜ਼ਾਦ ਕਰਾਉਣ ਵਾਸਤੇ ਕਿਵੇਂ ਕੁਰਬਾਨੀ ਕੀਤੀ ਹੈ। ਬੜਾ ਵੱਡਾ ਪਾਵਨ ਅਤੇ ਪਵਿੱਤਰ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੈ। 100 ਸਾਲ ਹੋ ਗਿਆ ਨਨਕਾਣਾ ਸਾਹਿਬ ਜੀ ਦੇ ਸਾਕੇ ਨੂੰ। ਇੱਥੇ ਇੱਕ ਹੋਰ ਵੀ ਸਾਨੂੰ ਇਹਦੇ ਵਿੱਚੋਂ ਬਾਤ ਸਿੱਖਣ ਨੂੰ ਮਿਲੇਗੀ। ਜਥੇ 3 ਸਨ ਜਿਨ੍ਹਾਂ ਨੇ ਅਰਦਾਸ ਕੀਤੀ ਸੀ, ਕਰਤਾਰ ਸਿੰਘ ਝੱਬਰ ਦਾ ਜਥਾ, ਬੂਟਾ ਸਿੰਘ ਲਾਇਲਪੁਰ ਦਾ ਜਥਾ ਅਤੇ ਭਾਈ ਲਛਮਣ ਸਿੰਘ ਧਾਰੋਵਾਲੀ ਦਾ ਜਥਾ। ਸਲਾਹ ਇਹਨਾਂ ਤਿੰਨਾਂ ਨੇ ਕੀਤੀ ਸੀ ਵੀ ਆਪਾਂ 19 ਫਰਵਰੀ ਨੂੰ ਚੰਦਰਕੋਟ ਦੀ ਝਾਲ ਉੱਤੇ ਇਕੱਠੇ ਹੋਵਾਂਗੇ ਸ਼ਾਮ ਨੂੰ, ਤੇ 20 ਫਰਵਰੀ ਦੇ ਤੜਕੇ 6 ਵਜੇ ਨਨਕਾਣਾ ਸਾਹਿਬ ਆਪਾਂ ਸਾਰੇ ਪ੍ਰਵੇਸ਼ ਹੋਵਾਂਗੇ। ਅਰਦਾਸ ਹੋ ਗਈ, ਪ੍ਰਣ ਕਰ ਲਿਆ ਗਿਆ, ਵਾਦਾ ਵੀ ਕਰ ਲਿਆ ਗਿਆ ਵੀ ਇਹ ਮਾਸਟਰ ਤਾਰਾ ਸਿੰਘ, ਤੇਜਾ ਸਿੰਘ ਪੁੱਚਰ, ਇਹਨਾਂ ਨੂੰ ਦੱਸਿਆ ਨਹੀਂ ਜਾਏਗਾ ਤੇ ਆਪਾਂ ਸੰਗਤ ਲੈ ਕੇ ਨਨਕਾਣਾ ਸਾਹਿਬ ਜਾਵਾਂਗੇ ਤੇ ਗੁਰਦੁਆਰਾ ਸਾਹਿਬ ਆਜ਼ਾਦ ਕਰਾਵਾਂਗੇ। ਮੌਕੇ ਤੇ ਘਟਨਾ ਇਹ ਵਾਪਰੀ। ਮਾਸਟਰ ਤਾਰਾ ਸਿੰਘ ਹੁਣੀ, ਤੇਜਾ ਸਿੰਘ ਪੁੱਚਰ ਉਹਨਾਂ ਨੂੰ ਪਤਾ ਲੱਗਿਆ। ਉਹਨਾਂ ਨੇ ਕਰਤਾਰ ਸਿੰਘ ਝੱਬਰ, ਬੂਟਾ ਸਿੰਘ ਲਾਇਲਪੁਰ ਦੇ ਜਥੇ ਨੂੰ ਰੋਕ ਦਿੱਤਾ ਵੀ ਤੁਸੀਂ ਨਹੀਂ ਜਾਣਾ। ਇਹ ਰੁਕ ਗਏ। ਇਹਨਾਂ ਨੇ ਆਖਿਆ ਭਾਈ ਲਛਮਣ ਸਿੰਘ ਧਾਰੋਵਾਲੀ ਦੇ ਜਥੇ ਨੂੰ ਵੀ ਰੋਕਿਆ ਜਾਏ, ਪਰ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਅੰਮ੍ਰਿਤ ਵੇਲੇ ਦੇ ਸਮੇਂ ਸੁਨੇਹਾ ਮਿਲਿਆ। ਜਦੋਂ ਉਹ ਨਨਕਾਣਾ ਸਾਹਿਬ ਲਾਗੇ ਜਿਹੜੇ ਫਾਟਕ ਨੇ ਉੱਥੇ ਪਹੁੰਚ ਗਏ ਸਨ, ਸੁਨੇਹਾ ਮਿਲਿਆ ਭਾਈ ਲਛਮਣ ਸਿੰਘ ਜੀ ਪੰਥ ਦਾ ਹੁਕਮ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਜਥੇਬੰਦੀ ਬਣੀ ਹੈ ਉਹਦੇ ਆਗੂਆਂ ਦਾ ਹੁਕਮ ਹੈ ਵੀ ਤੁਸੀਂ ਅੱਗੇ ਨਾ ਜਾਓ, ਬਾਕੀ ਜਥੇ ਰੁਕ ਗਏ ਨੇ, ਤੁਸੀਂ ਵੀ ਰੁਕ ਜਾਓ। ਪਰ ਇੱਥੇ ਸਾਧ ਸੰਗਤ ਇੱਕ ਗੁਰਸਿੱਖ ਦੀ ਜ਼ੁਬਾਨ ਇਹ ਸਾਨੂੰ ਵੇਖਣ ਨੂੰ ਮਿਲੇਗੀ। ਅਰਦਾਸ ਸਿੱਖ ਕਰਦਾ ਤੇ ਹੈ, ਅਰਦਾਸ ਕੇਵਲ ਗੁਰੂ ਤੋਂ ਮੰਗਣ ਵਾਸਤੇ ਹੀ ਨਹੀਂ ਕਰਦਾ, ਅਰਦਾਸ ਉੱਤੇ ਫੁੱਲ ਚੜਾਉਣ ਵਾਸਤੇ ਵੀ ਸਿੱਖ ਕੀ ਕਰਦਾ ਹੈ ਜਰਾ ਕੋਈ ਵੀ ਵੇਖਣਾ। ਜਿਵੇਂ ਕਦੇ ਨੌਸ਼ਹਿਰੇ ਦੇ ਮੈਦਾਨ ਵਿੱਚ ਬਾਬਾ ਫੂਲਾ ਸਿੰਘ ਅਕਾਲੀ ਬੈਠੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬੈਠੇ, ਖਬਰ ਦੇਣ ਵਾਲੇ ਨੇ ਆਖਿਆ ਮਹਾਰਾਜਾ ਸਾਹਿਬ ਰਸਾਲਾ ਅਜੇ ਪਿੱਛੇ ਹੈ, ਤੋਪਾਂ ਅਜੇ ਪਿੱਛੇ ਨੇ, ਆ ਲੈਣ ਦੇਣੀਆਂ ਚਾਹੀਦੀਆਂ ਨੇ, ਜੰਗ ਦੀ ਸਾਨੂੰ ਉਡੀਕ ਕਰਨੀ ਚਾਹੀਦੀ ਹੈ। ਜਿੰਨਾ ਚਿਰ ਤੱਕ ਰਸਾਲਾ ਨਹੀਂ ਆ ਜਾਂਦਾ, ਤੋਪਾਂ ਨਹੀਂ ਆ ਜਾਂਦੀਆਂ, ਸਾਨੂੰ ਜੰਗ ਨਹੀਂ ਸ਼ੁਰੂ ਕਰਨੀ ਚਾਹੀਦੀ। ਪੰਥ ਦਾ ਜਥੇਦਾਰ ਬਾਬਾ ਫੂਲਾ ਸਿੰਘ ਅਕਾਲੀ ਉਹਨਾਂ ਨੇ ਆਖਿਆ ਮਹਾਰਾਜਾ ਸਾਹਿਬ ਤੁਹਾਨੂੰ ਮਾਣ ਹੋਏਗਾ ਆਪਣੀਆਂ ਤੋਪਾਂ ਉੱਤੇ, ਆਪਣੇ ਰਸਾਲਿਆਂ ਉੱਤੇ, ਸਾਨੂੰ ਮਾਣ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਉੱਤੇ। ਅਰਦਾਸ ਹੋ ਗਈ, ਅਸੀਂ ਪਿੱਛੇ ਨਹੀਂ ਹਟਾਂਗੇ। ਨਸ਼ਹਿਰੇ ਦੇ ਮੈਦਾਨ ਵਿੱਚ ਪੰਥ ਦਾ ਜਥੇਦਾਰ ਕੁੱਦ ਪਿਆ, ਸ਼ਹਾਦਤ ਦਾ ਜਾਮ ਬਾਬਾ ਫੂਲਾ ਸਿੰਘ ਅਕਾਲੀ ਨੇ ਪ੍ਰਾਪਤ ਕੀਤਾ। ਮਹਾਰਾਜਾ ਰਣਜੀਤ ਸਿੰਘ ਵੀ ਭਾਵੇਂ ਉਸੇ ਵੇਲੇ ਮਗਰ ਤੁਰ ਪਏ, ਦੇਰੀ ਨਹੀਂ ਕੀਤੀ, ਪਰ ਬਾਬਾ ਫੂਲਾ ਸਿੰਘ ਅਕਾਲੀ ਨੇ ਅਰਦਾਸ ਉੱਤੇ ਫੁੱਲ ਚੜਾਏ। ਜਿਹੜਾ ਨਨਕਾਣਾ ਸਾਹਿਬ ਦਾ ਸਾਕਾ ਹੈ, ਇੱਥੇ ਅਰਦਾਸ ਕਰਨ ਵਾਲੇ ਭਾਵੇਂ ਦੂਜੇ ਜਥੇ ਵੀ ਸਨ, ਪਰ ਅਰਦਾਸ ਉੱਤੇ ਜੇ ਕੋਈ ਖਰਾ ਉਤਰਿਆ ਉਸੇ ਵੇਲੇ ਉਹ ਭਾਈ ਲਛਮਣ ਸਿੰਘ ਧਾਰੋਵਾਲੀ ਦਾ ਜਥਾ ਹੈ, ਜਿਨ੍ਹਾਂ ਨੇ ਆਖਿਆ ਕਿ ਭਾਈ ਵਰਿਆਮ ਸਿੰਘ ਜੀ ਠੀਕ ਹੈ ਤੁਸੀਂ ਸੁਨੇਹਾ ਲੈ ਕੇ ਆਇਓ, ਪਰ ਅਰਦਾਸ ਹੋ ਚੁੱਕੀ ਹੈ, ਅਰਦਾਸ ਤੋਂ ਪਿੱਛੇ ਨਹੀਂ ਹੋਇਆ ਜਾ ਸਕਦਾ। ਬਾਣੀ ਦਾ ਵਾਕ ਹੈ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਖੇਤ, ਪੁਰਜਾ ਕੱਟ ਮਾਰਿਆ ਕਬਹੂ ਨਾ ਛਾੜੈ ਖੇਤ। ਅਰਦਾਸ ਹੋ ਗਈ ਹੈ, ਹੁਣ ਤੇ ਮੱਥਾ ਟੇਕ ਕੇ ਹੀ ਨਨਕਾਣਾ ਸਾਹਿਬ ਤੋਂ ਮੁੜਾਂਗੇ। ਬਾਕੀ ਜਥੇ ਭਾਵੇਂ ਰੁਕ ਗਏ ਸਨ ਅਰਦਾਸ ਤੋਂ ਬਾਅਦ ਵੀ, ਪਰ ਭਾਈ ਲਛਮਣ ਸਿੰਘ ਦਾ ਜਥਾ ਅਰਦਾਸ ਤੋਂ ਬਾਅਦ ਰੁਕਿਆ ਨਹੀਂ। ਅਰਦਾਸ ਦਾ ਸਨਮਾਨ ਅਤੇ ਆਪਣੀ ਜ਼ੁਬਾਨ ਤੋਂ ਨਿਕਲੇ ਹੋਏ ਬੋਲਾਂ ਦਾ ਸਨਮਾਨ ਉਹਨਾਂ ਨੇ ਬਰਕਰਾਰ ਰੱਖਿਆ। ਨਨਕਾਣਾ ਸਾਹਿਬ ਗਏ, ਸ਼ਾਂਤਮਈ ਤਰੀਕੇ ਨਾਲ ਗੁਰਬਾਣੀ ਕੀਰਤਨ ਕੀਤਾ, ਮਹੰਤਾਂ ਵੱਲੋਂ ਤਸ਼ੱਦਦ ਕੀਤਾ ਗਿਆ, ਸਿੰਘਾਂ ਨੇ ਸ਼ਾਂਤਮਈ ਸ਼ਹੀਦੀਆਂ ਦੇ ਕੇ ਗੁਰਧਾਮ ਆਜ਼ਾਦ ਕਰਾਏ। ਇਹ 100 ਸਾਲਾ ਸ਼ਤਾਬਦੀ ਜਿਹੜੀ ਹੈ ਸੰਗਤਾਂ ਮਨਾ ਕੇ ਖਟੀਆਂ ਨੇ। ਆਪ ਜੀ ਵਰਗੀਆਂ ਪਿਆਰੀਆਂ ਸੰਗਤਾਂ ਹੁਣ ਵੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੀਆਂ ਨੇ, ਰਹਿੰਦੀ ਦੁਨੀਆ ਤੱਕ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਏਗਾ। ਰਸਨਾ ਪਵਿੱਤਰ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। 5 ਮਾਰਚ ਤੋਂ ਲੈ ਕੇ 11 ਮਾਰਚ ਤੱਕ ਸਾਧ ਸੰਗਤ 7 ਦਿਨ ਐਸੇ ਨੇ, ਇਹਨਾਂ 7 ਦਿਨਾਂ ਵਿੱਚ 700 ਸਿੰਘ ਦਿੱਲੀ ਦੀ ਧਰਤੀ ਤੇ ਸ਼ਹੀਦ ਹੋਇਆ। ਸਨ 1716 ਈਸਵੀ ਦੇ ਵਿੱਚ ਉਹ ਵਾਕਿਆਤ ਆਪ ਜੀ ਦੇ ਸਨਮੁਖ ਅਰਜ਼ ਕਰਨ ਲੱਗੇ ਹਾਂ। ਖਾਲਸਾ ਪੰਥ ਦਾ ਜਥੇਦਾਰ ਸਿੱਖ ਰਾਜ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ
ਗੁਰਦਾਸ ਨੰਗਲ ਦੀ ਗੜੀ 7 ਮਹੀਨਿਆਂ ਤੋਂ ਜਿਹੜਾ ਦਰਵਾਜ਼ਾ ਬੰਦ ਸੀ, ਪੰਥ ਦੇ ਜਥੇਦਾਰ ਨੇ ਆਖਿਆ ਸਿੰਘੋ ਭੁੱਖ ਦਾ ਮੁਕਾਬਲਾ ਕਰਦਿਆਂ ਵੀ ਤੇ ਅਸੀਂ ਲੜਨਾ ਹੈ, ਕਿਉਂ ਨਾ ਮੈਦਾਨੇ ਜੰਗ ਵਿੱਚ ਅਸੀਂ ਲੜਦਿਆਂ ਹੋਇਆਂ ਜੂਝ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਲਈਏ। ਦੁਸ਼ਮਣ ਬਾਹਰ ਘੇਰਾ ਪਾ ਕੇ ਬੈਠ ਗਿਆ। 7 ਮਹੀਨਿਆਂ ਬਾਅਦ ਗੁਰਦਾਸ ਨੰਗਲ ਦੀ ਗੜੀ ਦਾ ਦਰਵਾਜ਼ਾ ਖੋਲਿਆ ਗਿਆ। ਭੁੱਖੇ ਧਿਆਏ ਸਿੰਘ ਜਿਨ੍ਹਾਂ ਨੂੰ ਕਈ ਮਹੀਨੇ ਹੋ ਗਏ ਸਨ, ਪਾਣੀ ਦੇ ਇੱਕ ਬੂੰਦ ਤੱਕ ਨਹੀਂ ਸੀ ਨਸੀਬ ਹੋਈ, ਮੈਦਾਨੇ ਜੰਗ ਵਿੱਚ ਆਏ, ਉਹਨਾਂ ਨੇ ਸ਼ਹਾਦਤਾਂ ਦਿੱਤੀਆਂ। 734 ਸਿੰਘ ਜਿਉਂਦੇ ਗ੍ਰਿਫਤਾਰ ਕੀਤੇ ਗਏ। 3000 ਸਿੱਖਾਂ ਦੇ ਸਿਰ ਵੱਢ ਕੇ ਨੇਜਿਆਂ ਤੇ ਟੰਗ ਲਿਆ ਗਏ। ਪੰਥ ਦਾ ਜਥੇਦਾਰ ਬਾਬਾ ਬੰਦਾ ਸਿੰਘ ਦਸੰਬਰ ਦਾ ਮਹੀਨਾ ਸਨ 1715 ਮੈਦਾਨੇ ਜੰਗ ਵਿੱਚ ਲੜਦਿਆਂ ਉਹ ਜ਼ਖਮੀ ਹੋ ਕੇ ਡਿੱਗੇ, ਬੇਹੋਸ਼ ਹੋ ਗਏ। ਬੇਹੋਸ਼ ਹੋਏ ਪੰਥ ਦੇ ਜਥੇਦਾਰ ਦੇ ਹੱਥੀ ਹੱਥਕੜੀਆਂ, ਪੈਰੀ ਬੇੜੀਆਂ, ਗਲ ਵਿੱਚ ਤੌਕ, ਲੱਕ ਨੂੰ ਸੰਗਲ, ਉਹਨੂੰ ਜੰਜੀਰਾਂ ਵੀ ਜਕੜ ਕੇ ਪਿੰਜਰੇ ਵਿੱਚ ਬੰਦ ਕਰਕੇ ਪਿੰਜਰਾ ਹਾਥੀ ਉੱਤੇ ਰੱਖ ਕੇ ਜਿੱਤ ਦੇ ਨਗਾਰੇ ਵਜਾਉਂਦਾ ਹੋਇਆ ਅਬਦੁਲ ਸਮਦ ਖਾਨ ਗੁਰਦਾਸ ਨੰਗਲ ਗੜੀ ਡਿਸਟ੍ਰਿਕਟ ਗੁਰਦਾਸਪੁਰ ਤੋਂ ਪੰਥ ਦੇ ਜਥੇਦਾਰ ਨੂੰ ਲੈ ਕੇ ਲਾਹੌਰ ਗਿਆ। ਲਾਹੌਰ ਜਾ ਕੇ ਉਹਨੇ ਦਿੱਲੀ ਬਾਦਸ਼ਾਹ ਨੂੰ ਚਿੱਠੀ ਭੇਜੀ, ਬਾਦਸ਼ਾਹ ਬੰਦਾ ਸਿੰਘ ਫੜ ਲਿਆ, ਅੱਗੇ ਕੀ ਹੁਕਮ ਹੈ? ਬਾਦਸ਼ਾਹ ਨੇ ਆਖਿਆ ਬੰਦਾ ਸਿੰਘ ਨੂੰ ਦਿੱਲੀ ਲਿਆਂਦਾ ਜਾਏ, ਉਹਦੇ ਸਾਥੀ ਵੀ ਦਿੱਲੀ ਲਿਆਂਦੇ ਜਾਣ। ਬਾਬਾ ਬੰਦਾ ਸਿੰਘ ਤੇ ਉਹਦੇ ਸਾਥੀ ਦਿੱਲੀ ਲਿਆਂਦੇ ਗਏ। ਮਾਝੇ ਦੀ ਧਰਤੀ ਤੋਂ ਲੰਘਣ ਵੇਲੇ ਬੜਾ ਵੱਡਾ ਕਤਲੇਆਮ ਕੀਤਾ ਗਿਆ। 700 ਗੱਡਾ ਸਿੱਖਾਂ ਦੇ ਸਿਰਾਂ ਦਾ ਭਰਿਆ ਗਿਆ। ਇੰਨਾ ਵੱਡਾ ਕਤਲੇਆਮ ਜ਼ਕਰੀਆ ਖਾਨ ਨੇ ਕੀਤਾ। ਜਨਵਰੀ ਦਾ ਮਹੀਨਾ ਸਨ 1716 ਈਸਵੀ। ਜ਼ਕਰੀਆ ਖਾਨ ਨੇ ਆਖਿਆ ਕੋਈ ਸਿੱਖ ਪੰਜਾਬ ਦੀ ਧਰਤੀ ਤੇ ਜਿਉਂਦਾ ਨਹੀਂ ਰਹਿਣਾ ਚਾਹੀਦਾ। ਸਿੰਘ ਜਿੱਥੇ ਜਿੱਥੇ ਵੀ ਸਨ ਉਹਨਾਂ ਅੱਗੋਂ ਮੁਕਾਬਲਾ ਕੀਤਾ। ਲੜਦੇ ਲੜਦੇ ਸਿੰਘ ਸ਼ਹੀਦ ਹੋਏ। 700 ਗੱਡਾ ਸਿੱਖਾਂ ਦੇ ਸਿਰਾਂ ਦਾ ਭਰ ਕੇ, 3000 ਸਿਰ ਨੇਜਿਆਂ ਉੱਤੇ ਟੰਗ ਕੇ, 734 ਜਿਉਂਦੇ ਫੜ ਕੇ ਬਾਬਾ ਬੰਦਾ ਸਿੰਘ ਨੂੰ ਲੈ ਕੇ ਜ਼ਕਰੀਆ ਖਾਨ ਅਤੇ ਰੁਸਤਮ ਖਾਨ ਪਹੁੰਚੇ ਨੇ ਦਿੱਲੀ ਦਰਬਾਰ। ਵਕਤ ਦਾ ਬਾਦਸ਼ਾਹ ਖੁਸ਼ ਹੋਇਆ। ਇਨਾਮ ਦੇ ਕੇ ਉਹਨੇ ਸ਼ਾਹੀ ਖਿਲਤ ਦੇ ਕੇ ਉਹਨੂੰ ਸਨਮਾਨ ਦਿੱਤਾ। ਹੁਕਮ ਦਿੱਤਾ ਵੀ ਜਿਹੜਾ 700 ਗੱਡਾ ਸਿੱਖਾਂ ਦੇ ਸਿਰਾਂ ਦਾ ਭਰਿਆ ਦਿੱਲੀ ਦੇ ਦਰਵਾਜ਼ਿਆਂ ਉੱਤੇ ਢੇਰੀ ਕਰ ਦਿੱਤਾ ਜਾਏ, ਤਾਂ ਜੋ ਲੋਕ ਭੈ ਪੀਤ ਹੋਣ। ਦਿੱਲੀ ਦੇ 4 ਚਫੇਰੇ 700 ਗੱਡੇ ਦੀ ਕੰਧ ਬਣਾ ਦਿੱਤੀ ਜਾਏ, ਸਿਰ ਢੇਰੀ ਕਰ ਦਿੱਤੇ ਜਾਣ ਸਿੱਖਾਂ ਦੇ। ਇਦਾਂ ਕਰ ਦਿੱਤਾ ਗਿਆ। ਬਾਦਸ਼ਾਹ ਨੇ ਆਖਿਆ ਜਿਹੜੇ 734 ਫੜੇ ਨੇ ਇਹਨਾਂ ਵਿੱਚੋਂ ਇਹਨਾਂ ਦੇ ਕਮਾਂਡਰ ਵੱਖਰੇ ਕਰ ਦਿਓ। 34 ਕਮਾਂਡਰ ਸਿੱਖ ਵੱਖਰੇ ਕੀਤੇ ਗਏ। ਬਾਦਸ਼ਾਹ ਨੇ ਕਿਹਾ ਇਹਨਾਂ ਨੂੰ ਸ਼ਾਹੀ ਕਿਲੇ ਵਿੱਚ ਨਜ਼ਰਬੰਦ ਕਰ ਦਿਓ। ਇਸ ਤੋਂ ਅੱਗੇ ਇੱਕ ਹੋਰ ਜੱਥਾ ਹੈ 700 ਜਿਉਂਦਾ ਸਿੰਘ। ਬਾਦਸ਼ਾਹ ਨੇ ਸ਼ਹਿਰ ਦਾ ਕੋਤਵਾਲ ਸੱਦਿਆ, ਜਿਹਨੂੰ ਸਿਟੀ ਮੈਜਿਸਟ੍ਰੇਟ ਵੀ ਆਪਾਂ ਕਹਿੰਦੇ ਹਾਂ, ਜਿਸ ਦਾ ਨਾਮ ਆਉਂਦਾ ਹੈ ਸਰਬਰਾਹ ਖਾਨ। ਬਾਦਸ਼ਾਹ ਨੇ ਕਿਹਾ ਸਰਬਰਾਹ ਖਾਨ 700 ਸਿੰਘ ਤੇਰੇ ਹਵਾਲੇ ਹੈ, ਇਹਨਾਂ ਨੂੰ ਕੈਦ ਕਰ। 5 ਮਾਰਚ ਵਾਲੇ ਦਿਨ ਕਤਲੇਆਮ ਸ਼ੁਰੂ ਕਰਨਾ ਹੈ। ਜਿੰਨੇ ਰੋਜ਼ ਮਰਨ ਤੇ ਜਿੰਨੇ ਡਰ ਕੇ ਇਸਲਾਮ ਪ੍ਰਵਾਨ ਕਰਨ, ਰੋਜ਼ਾਨਾ ਦੀ ਰਿਪੋਰਟ ਸ਼ਾਮ ਨੂੰ ਮੇਰੇ ਦਰਬਾਰ ਪੇਸ਼ ਕਰਨੀ ਹੈ। 700 ਸਿੰਘ ਉਹਦੇ ਹਵਾਲੇ ਕੀਤਾ ਗਿਆ। ਪੰਥ ਦਾ ਜਥੇਦਾਰ ਬਾਬਾ ਬੰਦਾ ਸਿੰਘ, ਉਹਦੀ ਗੋਦ ਵਿੱਚ ਪੌਣੇ 4 ਸਾਲ ਦਾ ਪੁੱਤਰ ਅਜੈ ਸਿੰਘ। ਬਾਦਸ਼ਾਹ ਨੇ ਕਿਹਾ ਇਹਨੂੰ ਵੀ ਸ਼ਾਹੀ ਕਿਲੇ ਵਿੱਚ ਬੰਦ ਕਰ ਦਿਓ। ਕਰ ਦਿੱਤਾ ਗਿਆ। 5 ਮਾਰਚ ਦਾ ਦਿਨ ਆਇਆ। ਸਤ ਸੰਗਤ ਅੱਜ 9 ਮਾਰਚ ਹੈ। ਇਹਨਾਂ 7 ਦਿਨਾਂ ਵਿੱਚ ਜੋ ਵਾਕਿਆ ਹੋਇਆ ਉਹੀ ਤੇ ਆਪ ਜੀ ਦੇ ਸਨਮੁਖ ਅਰਜ਼ ਕਰਨ ਲੱਗੇ ਹਾਂ। 5 ਮਾਰਚ ਦਾ ਦਿਨ ਕੋਤਵਾਲੀ ਦੇ ਵਿੱਚੋਂ 100 ਸਿੱਖ ਬਾਹਰ ਕੱਢ ਲਿਆ ਗਿਆ। ਲਾਈਨ ਵਿੱਚ ਲਗਾ ਕੇ ਕਤਲਗਾਹ ਵਿੱਚ ਖੜਾ ਕੀਤਾ ਗਿਆ। ਉਹਨਾਂ ਦੇ ਹੱਥ ਜੋੜ ਕੇ ਮਗਰ ਨੂੰ ਬੰਨੇ ਹੋਏ ਨੇ। ਉਹਨਾਂ ਦੇ ਤੇੜ ਕਸ਼ਹਿਰੇ ਤੇ ਸੀਸ ਉੱਤੇ ਕੇਸਾਂ ਦੇ ਜੂੜੇ ਬਣੇ ਹੋਏ। ਉਹਨਾਂ ਦੇ ਮੁਖ ਤੇ ਦਾੜੇ ਪ੍ਰਕਾਸ਼, ਚਿਹਰੇ ਉੱਤੇ ਗੁਰਬਾਣੀ ਦਾ ਰਸ ਸਰੂਰ, ਗੁਰਬਾਣੀ ਪੜ ਰਹੇ ਨੇ, ਕਤਾਰ ਵਿੱਚ ਲੱਗੇ ਹੋਏ ਨੇ। ਇਹ ਕਤਲਗਾਹ ਕਿਹੜੀ ਥਾਂ ਤੇ ਹੋਣ ਲੱਗਿਆ ਜਰਾ ਕੋਈ ਵਾਚ ਲਈਏ। ਸਾਧ ਸੰਗਤ ਆਪਾਂ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਉਤਰ ਕੇ ਸਾਹਮਣੇ ਜਦੋਂ ਗੁਰਦੁਆਰਾ ਸੀਸਗੰਜ ਸਾਹਿਬ ਵੱਲ ਨੂੰ ਜਾਂਦੇ ਹਾਂ, ਗੁਰਦੁਆਰਾ ਸੀਸਗੰਜ ਸਾਹਿਬ ਦੇ ਸੱਜੇ ਬੰਨੇ ਅੱਜ ਇੱਕ ਗਾਂਧੀ ਗਰਾਊਂਡ ਹੈ। ਇਹ ਗਾਂਧੀ ਗਰਾਊਂਡ ਉਸ ਵਕਤ ਕਤਲਗਾਹ ਸੀ ਜਿੱਥੇ ਸਿੱਖਾਂ ਨੂੰ ਕਤਲ ਕੀਤਾ ਗਿਆ। 100 ਸਿੱਖ ਕਤਲਗਾਹ ਵਿੱਚ ਖੜਾ ਹੈ। ਬਾਦਸ਼ਾਹ ਦਾ ਹੁਕਮਰਾਨ ਆਇਆ, ਉਹਨੇ ਹੁਕਮ ਸੁਣਾਇਆ, ਸਿੰਘੋ ਵਕਤ ਦਾ ਬਾਦਸ਼ਾਹ ਐਲਾਨ ਕਰਦਾ ਹੈ, ਜਿਹੜਾ ਤੁਹਾਡੇ ਵਿੱਚੋਂ ਇਸਲਾਮ ਪ੍ਰਵਾਨ ਕਰ ਲਏਗਾ ਉਹਦੀ ਜਾਨ ਬਖਸ਼ ਦਿੱਤੀ ਜਾਏਗੀ। ਜਿਹੜਾ ਇਸਲਾਮ ਪ੍ਰਵਾਨ ਕਰੇਗਾ ਉਹਨੂੰ ਪੰਜਾਬ ਭੇਜ ਦਿੱਤਾ ਜਾਏਗਾ, ਨਾਲ ਪੰਜਾਬ ਜਾਣ ਦਾ ਖਰਚਾ ਦੇ ਦਿੱਤਾ ਜਾਏਗਾ। ਜਿਹੜਾ ਇਸਲਾਮ ਪ੍ਰਵਾਨ ਕਰ ਲਵੇ, ਜੇ ਉਹ ਸਰਕਾਰੀ ਨੌਕਰੀ ਕਰਨੀ ਚਾਹੁੰਦਾ ਹੋਵੇ ਉਹਨੂੰ ਦਿੱਲੀ ਦੀ ਧਰਤੀ ਤੇ ਨੌਕਰੀ ਦੇ ਦਿੱਤੀ ਜਾਏਗੀ। ਤੇ ਜਿਹੜਾ ਇਸਲਾਮ ਨਾ ਪ੍ਰਵਾਨ ਕਰੇ, ਜਲਾਦ ਨੇ ਤਲਵਾਰ ਉੱਚੀ ਵਿਖਾ ਕੇ ਆਖਿਆ ਇਸ ਤਲਵਾਰ ਦੇ ਨਾਲ ਉਹਦਾ ਸਿਰ ਧੜ ਦੇ ਨਾਲੋਂ ਜੁਦਾ ਕਰ ਦਿੱਤਾ ਜਾਏਗਾ। ਹੁਕਮਰਾਨ ਹੁਕਮ ਸੁਣਾ ਕੇ ਪਾਸੇ ਹੋ ਗਿਆ। ਲਾਲਚ ਵੀ ਦੱਸ ਦਿੱਤਾ ਗਿਆ ਤੇ ਨਤੀਜਾ ਵੀ ਦੱਸ ਦਿੱਤਾ ਗਿਆ। ਹੁਕਮਰਾਨ ਪਾਸੇ ਹੋਇਆ ਤੇ ਸਿੱਖ ਦੀ ਵਾਰੀ ਆਈ। ਸਿੱਖ ਅੱਗੇ ਹੋਇਆ। ਜਲਾਦ ਨੇ ਤਲਵਾਰ ਬੇਮਿਆਨ ਕੀਤੀ। ਪਹਿਲੇ ਕਤਲ ਹੋਣ ਵਾਲੇ ਸਿੱਖ ਨੇ ਆਪਣੇ ਗੋਡੇ ਜ਼ਮੀਨ ਤੇ ਲਾਏ, ਗਰਦਨ ਝੁਕਾਈ। ਇੱਕ ਲੱਕੜ ਰੱਖੀ ਹੈ ਸਾਹਮਣੇ ਜਿਹਦੇ ਉੱਤੇ ਕਤਲ ਹੋਣ ਵਾਲਾ ਆਪਣੀ ਗਰਦਨ ਰੱਖਦਾ ਹੈ।
वार करन वाला वार करन तो पहला पुछदा है सिखा इस्लाम जा मौत। सिख कहंदा पहला मरण कबूल, जीवन की छड़ आस, हो सबना की रेणुका तो आओ हमारे पास। सिख ने आख्या शहादत, ओदे ते तलवार दा वार किया गया, सिर अगले पासे डिग पिया ताड़े के पासे। पहला सिख शहीद होया, दूजा सिख शहीद होया। 5 मार्च का दिन है, शहादतां हो रही ने। पहले दिन 100 सिख शहीद होया, उन्हां विचों एक भी नहीं डोलिया। दूजा दिन चढ़िया, फिर 100 सिख जेल विचों कढ़ के कतलगाह विच खड़ा किया गया। हुक्मरान ने हुक्म सुनाया, जलाद ने तलवार उच्ची कर की, सिख अगे होया, उन्हें गर्दन झुकाई। सवाल करने वाले ने सवाल किया, जवाब देने वाले ने जवाब दिता, नतीजा निकलिया पी शहादत। दूजे दिन भी सिंह शहीदियां दे रहे ने। इधर शहादत हो रही है, उधर अमृतसर साहब के लागे एक पिंड है सात संगत मजीठा। मजीठे तो एक मां चली, वो बुजुर्ग है, ओदे नाल ओदी नूह है, सज व्याही नूह, जिहदे सिर तो अजे उन्हें पानी वार के भी नहीं सी पीता। उस नूह नूं नाल लैके ये बुजुर्ग माता चलदी चलदी पहुंच गई है दिल्ली की धरती ते। पहली बार दिल्ली आई है, नहीं जानती भी वक्त दे बादशाह का दरबार किथे है। पुछिया दरबार किथे है, आखिया हाँ माता सीधे चले जाओ, अगे हुक्म जेड़ा बादशाह है हुक्मरान है वह दरबार आएगा। बुजुर्ग माता दरबार के दरवाजे उत्ते पहुंची, बड़ा वड्डा लोकां दा इकट्ठ है। भीड़ नूं चीरदी हुई बुजुर्ग माता अगे वधी, ओदे केस खुले, गल विच पए। बुजुर्ग माता अखां विचों हंझू वग रहे ने। उन्हें परे हुए दरबार विच बादशाह दे सामने धा मार के अपनी फरियाद बादशाह नूं इउं सुनाई है। रहम करो दुखियार ते, कहंदी रहम करो दुखियार ते, मेरा पति दा मंदड़ा हाल मेरे सिर तो साई तुर गया। मेरे सिर तो साई तुर गया ते हो गया घर कंगाल वे, मैं चल के लख मुसीबत। वे मैं चल के लख मुसीबत, वे गबरू की तालाल ओनू चुक ले आए बन के, ओनू चुक ले आए बन के, कीता डाडिया नहीं ख्याल। ओनू चुक ले आए बन के, कीता डाडिया नहीं ख्याल।
धर्म है मुठ तो कई लंघे सदियां साल असी सिख नहीं बचिया वालिया असी सिख नहीं बचिया वालिया देवो कैर पुत्र तो टाल मारा सब जमाने दियां बुरियां ने मारा सब जमाने दियां बुरियां ने पर बुरी समय दी मार कहना होर की जुलम दा सीतला बेनयाई जदों हो गई सरकार नूर बचा लवो मेरी अख दा नूर बचा लवो ना फसे मौत दे जाल आखे लग जा धर्मी राजिया बादशाह दे दरबार विच खड़ी है बुजुर्ग माता फरियाद कीती है बादशाह मेरे नाल बेन्याई हुई है बादशाह ने आखा बुजुर्ग माता जरा कुछ शांत होके दस भी बेन्याई की आखा मेरा पुत्र सिख समझ के सिपाही तेरे चुक ले आए ने हकीकत विच ओ हिंदू है असी हिंदू हाँ नवे तब्दील होए नहीं बड़े पुराने जद्दी पुश्ती सदियां तो परिवार साडा हिंदू है बादशाह मेरा सिर दा साई सिर उत्ते नहीं जिंदगी दा सहारा केवल ते केवल मेरा गबरू पुत्र है मेरी अर्जोई है कि ओनू रिहा कर दिता जाए छड़ दिता जाए वो हिंदू है ममता दे हंजू वेखे बादशाह दा पत्थर दिल मोम हो गया कागज ते कलम लैके उन्हें हुक्मनामा जारी कर दिता आख दिता भी अगर इस मां दा पुत्र जिउंदा है तो अपनी जुबान तो कह देवे कि मैं हिंदू हाँ ओनू छड़ दिता जाए पर शर्त है जे वो जिउंदा है जे मारिया गया फिर कोई हल नहीं पर जे जिउंदा है तो उन्होंने पुछ लिया जाए भी वो हिंदू है जो इकबाल करता है मानता भी मैं हिंदू हाँ उन्होंने छड्डिया जाए जिवें 26 जनवरी की घटना दिल्ली विखे हुई बड़े नौजवान अज तक नहीं रिकॉर्ड में आ सके भी वो कित्थे ने ना परिवारां नूं पता है आगुआं ने ते बहुते वड्डे पद्धर उत्ते पुछण दी कोशिश भी नहीं की सरकार वालों उन्हां दी कोई खबर नहीं भाव लापता ने पर सरकार कब्जे विच रख लिया करदी है इस तरीके नाल कुछ नौजवानों नूं समय समय ते सरकारां इदां दे हथ कंडे अपनाया करदियां ने पर मां बाप किन्ने क चिंता विच पै जांदे ने आप जी परिवारां वाले खां बच्चियां वाले खां इस दर्द नूं समझ सकदे खां किसे मां दा पुत्तर भावें धी होवे पुत्तर होवे घरों गया होवे शाम तक समय उत्ते वापस ना आवे ते मां बाप चिंता विच पै जाया करदे ने कि कित्थे है कित्थे नहीं अपने यत्न करने शुरू कर देंदे ने ते जिस मां दा पुत्तर सरकार ने फड़ लिया होवे पता ना होवे भी जिउंदा है जां मारिया गया ओहदे दिल उत्ते की बीतदी होएगी और ओहदा हाल की होएगा अंदाजा आप जी लगा सकदे हो बादशाह ने रहम विच आके रिहाईनामा लिख दिता मां ने रिहाईनामा लिया बादशाह नूं दुआवां दिंदी होई पहुंच गई है कतलगाह विच उधर एक घटना वापरन लगी है एक नौजवान उन्हें अपने गोडे जमीन उत्ते लाए गर्दन झुकाई जलाद ने लिशकदी हुई तलवार उच्ची की ते जलाद का सवाल है नौजवान इस्लाम या मौत सिख का सिर लकड़ उत्ते रखिया होया उन्हें उत्तर दिता है मेरा गुरु कहंदा है कबीर मोखे मरने का चाओ है मरो ता हर कै द्वार मत हर पूछा कौन है परा हमारे बार
ਜਲਾਦਾ ਸ਼ਹਾਦਤ ਦਾ ਚਾਕ ਹੈ, ਸ਼ਹਾਦਤ ਦੇਣ ਵਾਸਤੇ ਆਇਆ ਖਾਂ, ਸ਼ਹੀਦ ਹੋਵਾਂਗਾ। ਜਲਾਦ ਤਲਵਾਰ ਦਾ ਵਾਰ ਕਰਨ ਲੱਗਿਆ। ਮਾਤਾ ਕਚਹਿਰੀ ਵਿੱਚ ਪਹੁੰਚੀ, ਉਹਨੇ ਜਦੋਂ ਚਮਕਦੀ ਹੋਈ ਤਲਵਾਰ ਵੇਖੀ, ਹੇਠਾਂ ਕਤਲ ਹੋਣ ਵਾਲੇ ਦਾ ਮੂੰਹ ਵੇਖਿਆ, ਮਾਂ ਦੀਆਂ ਡਾਡਾਂ ਨਿਕਲੀਆਂ। ਉਹਨੇ ਆਵਾਜ਼ ਦੇ ਕੇ ਆਖਿਆ, ਵੇ ਜਲਾਦਾ ਰੁਕ ਜਾ, ਵੇਖੀ ਕਿਤੇ ਮੇਰੇ ਪੁੱਤ ਨੂੰ ਮਾਰ ਨਾ ਦੇਈ, ਮੈਂ ਇਹਦੀ ਰਿਹਾਈ ਦਾ ਹੁਕਮ ਲੈ ਕੇ ਆਈ ਖਾਂ। ਮਾਂ ਦੀ ਆਵਾਜ਼ ਸੁਣਦਿਆਂ ਸਾਰ ਜਲਾਦ ਦੀ ਤਲਵਾਰ ਉੱਥੇ ਦੀ ਉੱਥੇ ਰੁਕ ਗਈ। ਮਾਂ ਅੱਗੇ ਵਧੀ, ਉਹਨੇ ਰਿਹਾਈਨਾਮਾ ਜਲਾਦ ਦੇ ਹੱਥ ਵਿੱਚ ਦਿੱਤਾ ਤੇ ਜਿਹੜਾ ਨੌਜਵਾਨ ਗੋਡੇ ਜ਼ਮੀਨ ਤੇ ਲਾਏ, ਗਰਦਨ ਝੁਕਾਈ, ਉਡੀਕ ਰਿਹਾ ਤਲਵਾਰ ਨੂੰ, ਸ਼ਹਾਦਤ ਦਾ ਬਾਟਾ ਆਪਣੇ ਬੁੱਲਾਂ ਨਾਲ ਲਾਉਣਾ ਚਾਹੁੰਦਾ। ਉਹਨੇ ਸਵਾਲ ਕੀਤਾ, ਜਲਾਦ ਕੀ ਗੱਲ, ਦੇਰੀ ਕਿਸ ਗੱਲ ਦੀ? ਜਿਹੜੀ ਤਲਵਾਰ ਮੇਰੇ ਸੈਂਕੜੇ ਵੀਰਾਂ ਨੂੰ ਸ਼ਹੀਦ ਕਰ ਚੁੱਕੀ ਹੈ, ਉਹ ਮੈਥੋਂ ਕਿਉਂ ਸੰਗਦੀ ਹੈ? ਸ਼ਹਾਦਤ ਦਾ ਬਾਟਾ ਮੇਰੇ ਬੁੱਲਾਂ ਨਾਲ ਲੱਗਣ ਵਾਲਾ ਸੀ, ਉਹ ਦੂਰ ਕਿਉਂ ਕਰ ਲਿਆ? ਮੈਂ ਆਪਣੇ ਸ਼ਹੀਦ ਹੋਏ ਬਾਕੀ ਵੀਰਾਂ ਕੋਲ ਪਹੁੰਚਣ ਵਾਲਾ ਸੀ, ਮੈਨੂੰ ਰੋਕ ਕਿਉਂ ਲਿਆ? ਤਲਵਾਰ ਦਾ ਵਾਰ ਕਿਉਂ ਨਹੀਂ ਕੀਤਾ ਗਿਆ? ਜਲਾਦ ਨੇ ਰਿਹਾਈਨਾਮਾ ਪੜਿਆ, ਅੱਖਾਂ ਖੁੱਲੀਆਂ ਰਹਿ ਗਈਆਂ। ਉਹਨੇ ਰਿਹਾਈਨਾਮਾ ਬੰਦ ਕਰਕੇ ਨੌਜਵਾਨ ਨੂੰ ਆਖਿਆ, ਨੌਜਵਾਨਾ ਮੈਂ ਤੇਰੇ ਵਰਗਾ ਖੁਸ਼ ਨਸੀਬ ਬੰਦਾ ਅੱਜ ਤੱਕ ਨਹੀਂ ਵੇਖਿਆ, ਜਿਹਦੀ ਗਰਦਨ ਤੇ ਤਲਵਾਰ ਵੱਜਣ ਵਾਲੀ ਹੋਵੇ, ਉੱਤੋਂ ਉਹਦੀ ਰਿਹਾਈ ਦਾ ਹੁਕਮਨਾਮਾ ਆ ਜਾਏ। ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਹੈ। ਕਿੰਨੇ ਕੁ ਲੋਕ ਇਸ ਤਲਵਾਰ ਦੀ ਭੇਟ ਮੇਰੇ ਹੱਥੋਂ ਚੜ ਗਏ, ਮੈਂ ਤੇਰੇ ਵਰਗਾ ਖੁਸ਼ ਨਸੀਬ ਬੰਦਾ ਅੱਜ ਤੱਕ ਨਹੀਂ ਵੇਖਿਆ। ਉੱਠ ਚਲਿਆ ਜਾ, ਅੱਲਾਹ ਤਾਲਾ ਨੇ ਤੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ, ਤੇਰਾ ਰਿਹਾਈਨਾਮਾ ਆ ਰਿਹਾ। ਨੌਜਵਾਨ ਉੱਠ ਗਿਆ। ਜੇ ਕੋਈ ਸਾਡੇ ਵਰਗਾ ਕਮਜ਼ੋਰ ਹੁੰਦਾ, ਉੱਠਦਾ, ਜਲਾਦ ਦਾ ਧੰਨਵਾਦ ਕਰਦਾ ਤੇ ਮਾਂ ਨੂੰ ਲੈ ਕੇ ਘਰ ਨੂੰ ਚਲਿਆ ਜਾਂਦਾ। ਪਰ ਉਹਦੀਆਂ ਰਗਾਂ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਹੈ, ਉਹਦੇ ਰੋਮ ਰੋਮ ਵਿੱਚ ਧੁਰਕੀ ਬਾਣੀ ਹੈ, ਉਹਦੇ ਸੀਸ ਉੱਤੇ ਜੂੜਾ ਨਖੀ ਕਲਗੀਧਰ ਦੀ ਮੋਹਰ ਹੈ, ਜਿਹੜੀ ਤਸਦੀਕ ਕਰਦੀ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੱਖ ਹੈ, ਇਹ ਜਾਲੀ ਨਖੀ ਅਸਲੀ ਹੈ। ਉਹਨੇ ਹੱਥ ਜੋੜ ਕੇ ਜਲਾਦ ਨੂੰ ਸਵਾਲ ਕੀਤਾ, ਜਲਾਦਾ ਮੈਂ ਪੁੱਛਣਾ ਚਾਹੁੰਦਾ ਹਾਂ, ਮੈਨੂੰ ਕਿਸ ਗੁਨਾਹ ਬਦਲੇ ਛੱਡਿਆ ਜਾ ਰਿਹਾ? ਹਰ ਕਤਲੋਂ ਹੋਣ ਵਾਲਾ ਕਹਿੰਦਾ ਮੇਰਾ ਗੁਨਾਹ ਕੀ ਹੈ, ਮੈਨੂੰ ਮਾਰ ਕਿਉਂ ਰਹੇ ਹੋ? ਗੁਰੂ ਦੀ ਸਿੱਖੀ ਨੂੰ ਪਿਆਰ ਕਰਨ ਵਾਲੇ ਦਾ ਸਵਾਲ ਹੈ, ਜਲਾਦਾ ਮੇਰਾ ਗੁਨਾਹ ਕੀ ਹੈ, ਮੈਨੂੰ ਛੱਡ ਕਿਉਂ ਰਹੇ ਹੋ, ਮੈਨੂੰ ਮਾਰ ਕਿਉਂ ਨਹੀਂ ਰਹੇ? ਜਲਾਦ ਹੈਰਾਨ ਹੋ ਗਿਆ। ਉੱਤਰ ਦਿੱਤਾ, ਆਖਿਆ ਤੇਰੀ ਮਾਂ ਕਹਿ ਰਹੀ ਹੈ ਕਿ ਤੂੰ ਹਿੰਦੂ ਹੈ, ਸਰਕਾਰ ਨੇ ਤੇਰਾ ਰਿਹਾਈਨਾਮਾ ਲਿਖ ਦਿੱਤਾ, ਤੈਨੂੰ ਛੱਡਿਆ ਜਾ ਰਿਹਾ, ਇਸ ਲਈ ਜਾ ਚਲਿਆ ਜਾ, ਜੀ ਲੈ ਆਪਣੀ ਜ਼ਿੰਦਗੀ, ਜਵਾਨੀਆਂ ਮਾਣ। ਨੌਜਵਾਨਾਂ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ। ਜਲਾਦ ਨੇ ਬੜੇ ਭਾਵਪੂਰਕ ਸ਼ਬਦਾਂ ਵਿੱਚ ਸ਼ਬਦ ਕਹੇ, ਨੌਜਵਾਨਾਂ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ, ਇਸ ਲਈ ਜੀ ਲੈ। ਨੌਜਵਾਨ ਨੇ ਆਖਿਆ, ਜਲਾਦਾ ਤੈਨੂੰ ਸਮਝ ਆ ਗਈ ਹੈ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ, ਇਸ ਲਈ ਤੂੰ ਜੀਣਾ ਚਾਹੁੰਦਾ ਹੈ। ਮੈਨੂੰ ਸਮਝ ਆ ਗਈ ਹੈ ਸਿੱਖੀ ਵਾਰ-ਵਾਰ ਨਹੀਂ ਮਿਲਦੀ, ਇਸ ਲਈ ਮੈਂ ਸਿੱਖੀ ਵਿੱਚ ਮਰਨਾ ਚਾਹੁੰਦਾ। ਮੈਂ ਸਿੱਖ ਰਹਿੰਦਿਆਂ ਸਿੱਖੀ ਵਿੱਚ ਮਰਨਾ ਚਾਹੁੰਦਾ। ਸਮਝ ਦੀ ਬਾਤ ਹੈ। ਜਲਾਦ ਨੇ ਆਖਿਆ, ਤੇਰੀ ਮਾਂ ਕਹਿ ਰਹੀ ਹੈ ਕਿ ਤੂੰ ਹਿੰਦੂ ਹੈ, ਇਸ ਲਈ ਤੈਨੂੰ ਛੱਡਿਆ ਜਾ ਰਿਹਾ ਹੈ। ਰੋਹ ਵਿੱਚ ਭਰ ਗਿਆ ਉਹ ਸਿੱਖ। ਨੌਜਵਾਨ ਨੇ ਆਪਣਾ ਚਿਹਰਾ ਘੁਮਾਇਆ, ਮਾਂ ਦੇ ਚਿਹਰੇ ਵੱਲ ਵੇਖਿਆ। ਮਾਂ ਦਾ ਚਿਹਰਾ ਵੇਖਦਿਆਂ ਸਾਰ ਉਹਦਾ ਅੰਦਰਲਾ ਕ੍ਰੋਧ ਜੋਸ਼ ਸ਼ਾਂਤ ਹੋ ਗਿਆ। ਮਾਂ ਦੀਆਂ ਅੱਖਾਂ ਦੇ ਵਿੱਚੋਂ ਮਮਤਾ ਡੁੱਲ ਪੈ ਰਹੀ, ਮਾਂ ਦੀਆਂ ਅੱਖਾਂ ਵਿੱਚੋਂ ਡਰ ਝਲਕਦਾ ਪਿਆ ਹੈ। ਉਹਨੂੰ ਦਿਸ ਰਿਹਾ ਹੈ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਮੇਰਾ ਬੁਢੇਪਾ ਰੁਲ ਰਿਹਾ ਹੈ, ਮੇਰੀਆਂ ਅੱਖਾਂ ਦੇ ਸਾਹਮਣੇ ਮੇਰਾ ਆਸਾਂ ਉਮੀਦਾਂ ਨਾਲ ਪਾਲਿਆ ਹੋਇਆ ਗੱਭਰੂ ਪੁੱਤਰ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ। ਮਾਂ ਦਾ ਚਿਹਰਾ ਵੇਖ ਕੇ ਨੌਜਵਾਨ ਸ਼ਾਂਤ ਹੋਇਆ। ਉਹਨੇ ਮਾਂ ਦਾ ਅਦਬ ਕਰਦਿਆਂ ਹੋਇਆਂ ਬੜੇ ਪਿਆਰ ਨਾਲ ਅੱਗੇ ਵੱਧ ਕੇ ਆਖਿਆ, ਮਾਂ ਤੂੰ ਮੇਰੀ ਮਾਂ ਹੈ, ਮੈਂ ਤੈਨੂੰ ਕੀ ਆਖਾਂ, ਤੂੰ ਮੈਨੂੰ ਜਨਮ ਦਿੱਤਾ, ਤੇਰਾ ਧੰਨਵਾਦ ਹੈ। ਪਰ ਮਾਂ ਮੈਂ ਦੂਜੀ ਵਾਰ ਜਨਮ ਉਦੋਂ ਲਿਆ ਜਦੋਂ ਮੈਂ ਖੰਡੇ ਬਾਟੇ ਦਾ ਅੰਮ੍ਰਿਤਪਾਨ ਕੀਤਾ, ਗੁਰੂ ਕਾ ਸਿੱਖ ਬਣਿਆ। ਮਾਂ ਕੀ ਤੂੰ ਇਹ ਚਾਹੁੰਦੀ ਹੈ ਆਉਣ ਵਾਲਾ ਜ਼ਮਾਨਾ ਮੇਰੇ ਤੇ ਥੁੱਕਾਂ ਸੁੱਟੇ ਤੇ ਇਹ ਗੱਲ ਆਖੇ ਵੀ ਇਸ ਬੰਦੇ ਨੇ 4 ਦਿਨਾਂ ਦੀ ਜ਼ਿੰਦਗੀ ਬਦਲੇ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਦਾਗੀ ਕਰ ਦਿੱਤਾ? ਮਾਂ ਮੈਂ ਲਾਹਨਤਾਂ ਭਰੀ ਜ਼ਿੰਦਗੀ ਨਹੀਂ ਜਿਉਣੀ ਚਾਹੁੰਦਾ। ਸ਼ਹਾਦਤ ਦੇ ਰਸਤੇ ਵਿੱਚ ਮਮਤਾ ਨੂੰ ਰੋੜਾ ਨਾ ਬਣਾ। ਮਾਂ ਮੈਨੂੰ ਸ਼ਹੀਦ ਹੋਣ ਦੇ। ਭਰੀ ਕਚਹਿਰੀ ਵਿੱਚ ਆ ਮਾਰਚ ਦੇ ਦਿਨ ਨੇ, ਮਾਂ ਤੇ ਪੁੱਤਰ ਦੀ ਵਾਰਤਾ ਹੋ ਰਹੀ ਹੈ। ਮਾਂ ਦੇ ਕਾਲਜੇ ਦਾ ਰੁੱਗ ਭਰਿਆ ਗਿਆ। ਮਾਂ ਨੇ ਅੱਗੇ ਵੱਧ ਕੇ ਆਖਿਆ, ਨੌਜਵਾਨਾ ਪੁੱਤਰਾ ਪਿਤਾ ਤੇਰਾ ਸੰਸਾਰ ਉੱਤੇ ਹੈ ਨਹੀਂ, ਮੈਂ ਤੈਨੂੰ ਆਸਾਂ ਉਮੀਦਾਂ ਨਾਲ ਪਾਲਿਆ ਵੀ ਮੇਰੀ ਜਵਾਨੀ ਤੈਨੂੰ ਪੁੱਤਰਾ ਆਸਾਂ ਉਮੀਦਾਂ ਨਾਲ ਪਾਲਦਿਆਂ ਗੁਜ਼ਰ ਗਈ। ਬੁਢੇਪਾ ਮੇਰਾ ਤੇਰੇ ਆਸਰੇ ਆ ਵੀ ਮੇਰਾ ਪੁੱਤਰ ਮੇਰੀ ਸੰਭਾਲ ਕਰੇਗਾ, ਮੇਰਾ ਬੁਢੇਪਾ ਰੁਲਣ ਨਹੀਂ ਦੇਗਾ। ਪੁੱਤਰਾ ਮੈਂ ਤੈਨੂੰ ਆਸਾਂ ਉਮੀਦਾਂ ਨਾਲ ਪਾਲਿਆ, ਬੁਢੇਪੇ ਵਿੱਚ ਜਾ ਕੇ ਮੇਰਾ ਸਹਾਰਾ ਬਣੇਗਾ। ਜੇ ਤੂੰ ਸ਼ਹਾਦਤ ਦੇਣੀ ਹੈ ਤੇ ਮੈਨੂੰ ਦੱਸ, ਮੈਂ ਕਿੱਥੇ ਚਲੀ ਜਾਵਾਂ, ਮੈਂ ਕਿਹੜੇ ਖੂਹ ਵਿੱਚ ਜਾ ਕੇ ਡਿੱਗਾਂ ਜਿਸ ਮਾਂ ਦਾ ਪੁੱਤਰ ਅੱਖਾਂ ਸਾਹਮਣੇ ਚਲਿਆ ਜਾਏ। ਨੌਜਵਾਨ ਸ਼ਾਂਤ ਰਿਹਾ, ਉੱਤਰ ਨਾ ਕੋਈ ਦਿੱਤਾ। ਮਾਂ ਨੇ ਆਖਿਆ, ਪੁੱਤਰਾ ਮੈਨੂੰ ਪਤਾ ਹੈ ਮੈਂ ਬਜ਼ੁਰਗ ਹੋ ਗਈ ਹਾਂ, ਤੂੰ ਜਵਾਨ ਹੈ, ਹੁਣ ਮੇਰੀ ਮਮਤਾ ਵਿੱਚੋਂ ਖਿੱਚ ਨਹੀਂ ਰਹੀ ਜਿਹੜੀ ਤੈਨੂੰ ਮੋੜ ਸਕੇ। ਸਤਸੰਗ ਤੇ ਇੱਕ ਸੰਸਾਰ ਦੀ ਮਰਿਆਦਾ ਹੈ। ਜਿਵੇਂ ਜਿਵੇਂ ਮਾਂ ਬਾਪ
ਬਜ਼ੁਰਗ ਹੁੰਦੇ ਜਾਣ ਉਹਨਾਂ ਦਾ ਮੋਹ ਪਿਆਰ ਆਪਣੇ ਬੱਚਿਆਂ ਨਾਲ ਪੁੱਤ ਪੋਤਰਿਆਂ ਨਾਲ ਵਧਿਆ ਕਰਦਾ ਹੈ। ਤੇ ਜਿਵੇਂ ਜਿਵੇਂ ਬੱਚੇ ਜਵਾਨ ਹੁੰਦੇ ਜਾਣ ਉਹਨਾਂ ਦਾ ਮੋਹ ਪਿਆਰ ਆਪਣੇ ਬਜ਼ੁਰਗਾਂ ਨਾਲੋਂ ਘਟਿਆ ਕਰਦਾ ਹੈ। ਉਮਰ ਦਾ ਹਿਸਾਬ ਹੈ। ਮਾਂ ਬਾਪ ਜਿਵੇਂ ਜਿਵੇਂ ਬਜ਼ੁਰਗ ਹੋਣ ਬੱਚਿਆਂ ਨਾਲ ਤੇ ਮੋਹ ਵੱਧਦਾ ਹੈ, ਪੁੱਤ ਪੋਤਰਿਆਂ ਨਾਲ ਪਿਆਰ ਵੱਧਦਾ ਹੈ। ਪਰ ਜਦੋਂ ਬੱਚੇ ਜਿਵੇਂ ਜਿਵੇਂ ਜਵਾਨ ਹੋਣ ਉਹਨਾਂ ਦੇ ਹਾਣ ਨੂੰ ਹਾਣ ਪਿਆਰਾ ਹੋਇਆ ਕਰਦਾ ਹੈ। ਉਮਰ ਦੇ ਹਿਸਾਬ ਨਾਲ ਮਮਤਾ ਵਿੱਚ ਕਮਜ਼ੋਰੀ ਆ ਜਾਇਆ ਕਰਦੀ ਹੈ। ਗੁਰਮਤ ਨਾਲ ਜੁੜੇ ਹੋਏ ਇਹਦੇ ਵਿੱਚ ਨਹੀਂ ਪਿਆ ਕਰਦੇ, ਪਰ ਇਹ ਸੰਸਾਰੀ ਬਾਤ ਹੈ। ਮਾਂ ਨੇ ਆਖਿਆ ਪੁੱਤਰਾ ਮੇਰੀ ਮਮਤਾ ਵਿੱਚ ਕਮਜ਼ੋਰੀ ਆ ਗਈ ਹੈ, ਮੈਂ ਬਜ਼ੁਰਗ ਆ ਤੂੰ ਨੌਜਵਾਨ ਹੈ, ਮੈਨੂੰ ਪਤਾ ਤੂੰ ਮੇਰਾ ਕਹਿਣਾ ਨਹੀਂ ਮੰਨੇਗਾ, ਕੋਈ ਗੱਲ ਨਹੀਂ, ਮੇਰੀ ਮਮਤਾ ਨਹੀਂ, ਪਰ ਹੋ ਸਕਦਾ ਹੈ ਪਤਨੀ ਦਾ ਮੋਹ ਤੈਨੂੰ ਮੋੜ ਲਵੇ। ਸਤਸੰਗ ਤਨਖ ਦਾ ਮੈਦਾਨ, ਸ਼ਹਾਦਤ ਦਾ ਮੈਦਾਨ ਕੈਸਾ ਹੋਏਗਾ ਜਰਾ ਕੋ ਵੇਖਣਾ। ਦਿੱਲੀ ਦੀ ਧਰਤੀ ਕਤਲਗਾਹ ਹੈ ਤੇ ਕਤਲ ਹੋਣ ਵਾਲਾ ਸਿੱਖ ਅੱਗੇ ਖੜਾ ਪ੍ਰੀਖਿਆ ਦੇਣ ਵਾਸਤੇ ਆਪਣੀ ਧਰਮ ਦੀ ਸਿੱਖੀ ਦੀ। ਉਹਦੀ ਮਾਂ ਵੀ ਕਚਹਿਰੀ ਵਿੱਚ ਖੜੀ ਹੈ, ਪਤਨੀ ਵੀ ਖੜੀ ਹੈ। ਪਤਨੀ ਕਿੰਨਾ ਹਾਲਾਤਾਂ ਵਿੱਚ ਖੜੀ ਹੈ। ਪਤਨੀ ਨੇ ਅਜੇ ਪਤੀ ਪਤਨੀ ਦੇ ਸਿਰ ਤੋਂ, ਨੂੰਹ ਪੁੱਤਰ ਦੇ ਸਿਰ ਤੋਂ ਮਾਂ ਨੇ ਪਾਣੀ ਵਾਰ ਕੇ ਵੀ ਨਹੀਂ ਸੀ ਪੀਤਾ। ਅਜੇ ਇਹ ਭੀਮ ਸਿੰਘ ਨਾਂ ਦਾ ਨੌਜਵਾਨ ਸ਼ਾਦੀ ਕਰਾ ਕੇ ਘਰ ਨੂੰ ਜਾ ਹੀ ਰਿਹਾ ਸੀ, ਰਸਤੇ ਵਿੱਚੋਂ ਸਰਕਾਰ ਦੇ ਮੁਲਾਜ਼ਮ ਇਹਨੂੰ ਚੁੱਕ ਲਿਆਏ ਸਨ। ਤੇ ਇਤਿਹਾਸ ਕਹਿੰਦਾ ਉਸੇ ਤਰ੍ਹਾਂ ਸਜੀ ਸਜਾਈ ਦੁਲਹਨ ਨੂੰ ਨੂੰਹ ਨੂੰ ਨਾਲ ਲੈ ਕੇ ਮਾਂ ਕਚਹਿਰੀ ਵਿੱਚ ਆ ਗਈ। ਨੂੰਹ ਦੇ ਮੋਢੇ ਉੱਤੇ ਸ਼ਗਨਾਂ ਦਾ ਸ਼ਾਲ, ਉਹਦੇ ਹੱਥ ਉੱਤੇ ਮਹਿੰਦੀ ਲੱਗੀ। ਬਜ਼ੁਰਗ ਮਾਂ ਨੇ ਨੂੰਹ ਦੇ ਮੋਢੇ ਹੱਥ ਧਰ ਕੇ ਆਖਿਆ ਧੀਏ ਤੂੰ ਹੀ ਅੱਗੇ ਹੋ ਕੇ ਸਮਝਾ, ਸ਼ਾਇਦ ਤੇਰੀ ਗੱਲ ਮੰਨ ਲਵੇ। ਪਤਨੀ ਅੱਗੇ ਵਧੀ, ਉਹਦੇ ਮੋਢੇ ਉੱਤੇ ਸੀਸ ਉੱਤੇ ਸ਼ਗਨਾਂ ਦਾ ਸ਼ਾਲੂ ਹੈ, ਹੱਥ ਉੱਤੇ ਮਹਿੰਦੀ। ਉਹਨੇ ਸ਼ਗਨਾਂ ਵਾਲੇ ਸ਼ਾਲੂ ਵਿੱਚੋਂ ਮਹਿੰਦੀ ਵਾਲੇ ਹੱਥ ਅੱਗੇ ਕੀਤੇ, ਆਪਣੇ ਪਤੀ ਨੂੰ ਵਿਖਾਏ ਤੇ ਬੜੇ ਭਾਵਪੂਰਕ ਸ਼ਬਦਾਂ ਵਿੱਚ ਕਿਹਾ ਮੇਰੀ ਸ਼ਗਨਾਂ ਦੀ ਮਹਿੰਦੀ ਨਾ ਖੂਨ ਬਣਾਵੀਂ, ਮੇਰੀ ਸ਼ਗਨਾਂ ਦੀ ਮਹਿੰਦੀ ਨਾ ਖੂਨ ਬਣਾਵੀਂ, ਮੇਰੀ ਭਰੀ ਜਵਾਨੀ ਨਾ ਖਾਕ ਮਿਲਾਵੀਂ, ਮੇਰੇ ਕੋਮਲ ਦਿਲ ਵਿੱਚ ਹਾਏ ਤੀਰ ਨਾ ਮਾਰੀ, 100 ਜੁੜੇ ਚ ਲੱਗੀਆਂ ਕਿਤੇ ਤੋੜ ਨਾ ਜਾਵੀਂ। ਐ ਸਵਾਮੀ ਜਿਨ੍ਹਾਂ ਸੁਹਾਗਣਾ ਦੇ ਕੰਤ ਉਹਨਾਂ ਦੇ ਸਿਰ ਤੋਂ ਤੁਰ ਜਾਇਆ ਕਰਦੇ ਨੇ, ਉਹਨਾਂ ਸੁਹਾਗਣਾ ਤੋਂ ਪੁੱਛ ਉਹਨਾਂ ਦੀ ਜ਼ਿੰਦਗੀ ਇੱਕ ਇੱਕ ਪਲ ਕਿਵੇਂ ਬਤੀਤ ਹੁੰਦਾ। ਮੇਰੀ ਸ਼ਗਨਾਂ ਦੀ ਮਹਿੰਦੀ ਨਾ ਖੂਨ ਬਣਾਵੀਂ, ਮੇਰੀ ਭਰੀ ਜਵਾਨੀ ਨਾ ਖਾਕ ਮਿਲਾਵੀਂ, ਮੇਰੇ ਕੋਮਲ ਦਿਲ ਵਿੱਚ ਹਾਏ ਤੀਰ ਨਾ ਮਾਰੀ, 100 ਜੁੜੇ ਚ ਲੱਗੀਆਂ ਕਿਤੇ ਤੋੜ ਨਾ ਜਾਵੀਂ। ਜੇ ਕੋਈ ਮਾਮੂਲੀ ਹੁੰਦਾ ਆਮ ਹੁੰਦਾ ਉਹ ਡੋਲ ਜਾਂਦਾ, ਥਿੜਕ ਜਾਂਦਾ, ਮੋਹ ਵਿੱਚ ਆ ਜਾਂਦਾ। ਪਰ ਉਹ ਸਿੱਖ ਰੋਜ਼ ਪੜਦਾ ਹੈ ਤਿਤ ਸਰਵਰੜਾ ਪਹਿਲੇ ਨਿਵਾਸਾ ਪਾਣੀ ਪਾਵ ਕਿਤਨੇ ਕੇ ਕੀਆ, ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖਾ ਤਹ ਡੂਬੀ ਅਲੇ। ਗੁਰੂ ਨਾਨਕ ਦਾ ਸਿੱਖ ਹੈ, ਮੋਹ ਵਿੱਚ ਨਹੀਂ ਆਇਆ। ਉਹਨੇ ਪਤਨੀ ਨੂੰ ਦੁਰਕਾਰਿਆ ਨਹੀਂ, ਨਕਾਰਿਆ ਨਹੀਂ, ਉਹਨੇ ਸਨਮਾਨ ਕਾਇਮ ਰੱਖਿਆ। ਇਹ ਉਹ ਪਤਨੀ ਹੈ ਜਿਹਦੇ ਨਾਲ ਜੀਵਨ ਦਾ ਅੰਤਮ ਸਫ਼ਰ ਤੈਅ ਕਰਨ ਤੱਕ ਦਾ ਮੈਂ ਪ੍ਰਣ ਕੀਤਾ ਹੈ ਗੁਰੂ ਕੀ ਗੋਦ ਵਿੱਚ। ਪਰ ਇੱਕ ਪਾਸੇ ਉਹ ਰਿਸ਼ਤਾ ਹੈ ਜਿਹੜਾ ਸੰਸਾਰੀ ਹੈ, ਅੰਤਮ ਸਮੇਂ ਤੱਕ ਨਿਭਾਉਣ ਦਾ ਪ੍ਰਣ ਕੀਤਾ ਹੈ, ਪਰ ਇੱਕ ਪਾਸੇ ਪ੍ਰਣ ਮੈਂ ਆਪਣੇ ਗੁਰੂ ਨਾਲ ਕੀਤਾ। ਅੱਗੇ ਹੋ ਕੇ ਪਤੀ, ਉਹ ਨੌਜਵਾਨ ਆਪਣੀ ਪਤਨੀ ਨੂੰ ਸੰਬੋਧਨ ਹੋ ਕੇ ਉਹਨੇ ਸ਼ਬਦ ਕਹੇ ਪੀਆ ਤੇਰਾ ਸਜਣੀ ਜਿਵੇਂ ਤੈਨੂੰ ਪਿਆਰਾ, ਪੀਆ ਤੇਰਾ ਸਜਣੀ ਜਿਵੇਂ ਤੈਨੂੰ ਪਿਆਰਾ, ਤਿਵੇਂ ਮੈਨੂੰ ਮੇਰਾ ਪ੍ਰਭ ਪ੍ਰਾਣ ਆਧਾਰਾ, ਕੱਚ ਬਦਲੇ ਹੀਰਾ ਤੱਜਦਾ ਕੋਈ ਤੱਕਿਆ। ਕੋਈ ਸੰਸਾਰ ਉਤੇ ਇਦਾਂ ਦਾ ਵਿਅਕਤੀ ਹੈ ਜਿਹੜਾ ਹੀਰਾ ਦੇ ਕੇ ਤੇ ਕੱਚ ਲੈ ਲਵੇ। ਕੱਚ ਬਦਲੇ ਹੀਰਾ ਤੱਜਦਾ ਕੋਈ ਤੱਕਿਆ, ਇਹ ਫਾਨੀ ਰਿਸ਼ਤਾ ਉਹ ਨਿਤ ਦਾ ਸਹਾਰਾ। ਇਹ ਪਤਨੀ ਠੀਕ ਹੈ, ਅਖੀਰ ਤੱਕ ਦੀ ਜਨਮ ਦਾ ਵਾਅਦਾ ਕੀਤਾ ਹੈ ਅਖੀਰ ਤੱਕ ਨਿਭਾਉਣ ਦਾ, ਪਰ ਕੀ ਪਤਾ ਮੇਰਾ ਸਵਾਸ ਕਦੋਂ ਆਖਰੀ ਹੋਵੇ ਤੇ ਤੇਰਾ ਸਵਾਸ ਕਦੋਂ ਆਖਰੀ ਹੋਵੇ। ਮੈਂ ਧਰਮ ਦੇ ਦਾਇਰੇ ਵਿੱਚ ਰਹਿ ਕੇ ਆਪਣਾ ਫਰਜ਼ ਨਿਭਾਉਣਾ ਚਾਹੁੰਦਾ ਹਾਂ, ਨਾ ਜਾਣਾ ਕਦੋਂ ਕਿਸ ਦੇ ਸਵਾਸ ਮੁੱਕ ਜਾਣ। ਮੈਂ 4 ਦਿਨਾਂ ਦੀ ਜ਼ਿੰਦਗੀ ਬਦਲੇ, ਗੁਰੂ ਕੀ ਸਿੱਖੀ ਨੂੰ ਦਾਗੀ ਨਹੀਂ ਕਰਨਾ ਚਾਹੁੰਦਾ। ਤੈਨੂੰ ਪ੍ਰਭੂ ਦਾ ਆਸ਼ੀਰਵਾਦ ਰੱਖੇ। ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸਤੀਆਂ ਉਹ ਨਹੀਂ ਜਿਹੜੀਆਂ ਜਿਉਂਦੇ ਜੀ ਆਪਣੇ ਪਤੀ ਦੀ ਚਿਖਾ ਵਿੱਚ ਸੜ ਜਾਣ, ਸਤੀਆਂ ਉਹ ਨੇ ਜਿਹੜੀਆਂ ਜਿਉਂਦੀਆਂ ਵੀ ਰਹਿਣ ਤੇ ਆਪਣੇ ਪਤੀ ਦੀ ਯਾਦ ਆਪਣੇ ਦਿਲ ਵਿੱਚ ਸਾਰੀ ਉਮਰ ਰੱਖ ਕੇ ਉਹਦੀ ਯਾਦ ਵਿੱਚ ਸੜਦੀਆਂ ਰਹਿਣ, ਆਪਣਾ ਮਨ ਕਰਕੇ, ਪਰ ਸਰੀਰਕ ਤੌਰ ਤੇ ਜਿਉਂਦੀਆਂ ਰਹਿਣ। ਅਖੀਰ ਇਤਿਹਾਸ ਕਹਿੰਦਾ ਮਾਂ ਨੂੰ ਪਤਨੀ ਨੂੰ ਫਤਿਹ ਬੁਲਾ ਕੇ ਨੌਜਵਾਨ ਅੱਗੇ ਵਧਿਆ। ਉਹਨੇ ਜਲਾਦ ਨੂੰ ਆਖਿਆ ਐ ਮੁਕਤੀ ਦਾਤਾ ਮੇਰੇ ਤੇ ਤਲਵਾਰ ਦਾ ਵਾਰ ਕਰ, ਤੇਰੀ ਤਲਵਾਰ ਚੱਲੇਗੀ, ਮੈਨੂੰ ਸ਼ਹਾਦਤ ਦਾ ਬਾਟਾ ਨਸੀਬ ਹੋਏਗਾ, ਮੈਂ ਵਿਛੜੇ ਹੋਏ ਆਪਣੇ ਵੀਰਾਂ ਨਾਲ ਜਾ ਕੇ ਮਿਲਾਂਗਾ। ਨੌਜਵਾਨ ਅੱਗੇ ਵਧਿਆ, ਉਹਨੇ ਗੋਡੇ ਜ਼ਮੀਨ ਤੇ ਲਾਏ, ਜਲਾਦ ਨੇ ਦਿਲ ਪੱਥਰ ਕਰਕੇ ਤਲਵਾਰ ਦਾ ਵਾਰ ਕੀਤਾ ਕਿ ਮਾਂ ਦੀਆਂ ਤੇ ਪਤਨੀ ਦੀਆਂ ਅੱਖਾਂ ਦੇ ਸਾਹਮਣੇ ਨੌਜਵਾਨ ਦਾ ਸਿਰ ਅਗਲੇ ਪਾਸੇ ਡਿੱਗ ਪਿਆ, ਧੜ ਇੱਕ ਪਾਸੇ, ਧੜ ਧੂ ਕੇ ਪੈਰਾਂ ਤੋਂ ਇੱਕ ਪਾਸੇ ਕਰ ਦਿੱਤਾ ਗਿਆ। ਮਾਂ ਨੇ ਉੱਚੀ ਆਵਾਜ਼ ਵਿੱਚ ਜੈਕਾਰਾ ਲਾ ਦਿੱਤਾ। ਜਦੋਂ ਮਾਂ ਨੇ ਭਰੀ ਕਚਹਿਰੀ ਵਿੱਚ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਲਾਇਆ, ਕਰਮਚਾਰੀ ਹੈਰਾਨ ਹੋ ਗਏ। ਐ ਬਜ਼ੁਰਗ ਮਾਤਾ
ਇਹ ਕੀ ਤਮਾਸ਼ਾ ਹੈ? ਚੰਦ ਮਿੰਟ ਪਹਿਲਾਂ ਤੂੰ ਕਿਹਾ ਮੇਰਾ ਪੁੱਤਰ ਹਿੰਦੂ ਹੈ, ਹੁਣ ਤੂੰ ਕਹਿ ਰਹੀ ਹੈ, ਹੁਣ ਤੂੰ ਜਕਾਰਾ ਲਾ ਰਹੀ ਹੈ, ਇਹਦਾ ਭਾਵ ਹੈ ਵੀ ਇਹ ਸਿੱਖ ਹੈ, ਤੂੰ ਸਿੱਖ ਹੈ? ਆਖਿਆ ਹਾਂ ਮੈਂ ਸਿੱਖ ਦੀ ਮਾਂ ਹਾਂ, ਸਾਡਾ ਧਰਮ ਸਿੱਖ ਹੈ, ਪਰ ਚੰਦ ਮਿੰਟਾਂ ਵਾਸਤੇ ਮੈਂ ਡੋਲ ਗਈ ਸਾਂ ਵੀ ਮੇਰਾ ਪੁੱਤਰ ਸ਼ਹੀਦ ਹੋਣੋਂ ਬਚ ਜਾਏ, ਮੌਤ ਦੇ ਮੂੰਹ ਵਿੱਚ ਜਾਣੋਂ ਬਚ ਜਾਏ। ਪਰ ਮੌਤ ਦੇ ਮੂੰਹ ਵਿੱਚ ਜਾਣੋਂ ਕੌਣ ਕਿਸੇ ਨੂੰ ਬਚਾ ਸਕਦਾ ਹੈ? चिंता ताकि कीजिए जो अनहोनी होए, देखो मार्ग संसार को नानक थिर नहीं कोई। मैं अपने पुत्र नूं मरण तो नहीं रोक सकती, शहादत के मैदान विचों जे अज पिछे हटा लैंदी, मेरा पुत्र जे मेरे मगर लग के थिड़क जांदा ते मैं जिधर दी भी लंघिया करना सी। लोकां ने बड़े उदास तरीके नाल मेहना मार के आख्या करना सी, आओ गदार दी मां जा रही है। जे मेरा पुत्र अज डोल जांदा मैनू गदार दी मां आख्या जाना सी, पर अज मेरा पुत्र धर्म निभा गया, उन्हें मेरे दुध दी ते गुरु के अमृत दी लाज रखी है, मेरा पुत्र धर्म निभा गया है, मैं जिधर दी भी लंघांगी लोक मान नाल आख्या करनगे ओ शहीद दी मां जा रही है। इसलिए मैं वडभागी हां, मेरा पुत्र डोलिया नहीं, धर्म निभा गया। जकारे लाउंदी कोई मां नूह नूं नाल लेके घर नूं आ गई। 5 मार्च ते 6 मार्च 2 दिन विच 200 सिख शहीद होया। कोतवाल सरबरा खान बादशाह दे दरबार पेश होया। बादशाह ने पूछया सरबरा खान किन्ने सलाम प्रवान कर गए ने, किन्ने नौकरी चाहते ने, किन्ने पंजाब जाना चाहते ने ते किन्ने मारे गए ने, रिपोर्ट पेश की जाए। सरबरा खान ने आख्या बादशाह सलामत जहांपना, 2 दिन विच 200 आदमी जेल विचों कढ़िया गया। नतीजा यह कि 200 का 200 शहीद हो गया, किसी एक ने भी सलाम नहीं प्रवान किया। बादशाह क्रोध विच आया, आखन लगा तू उन्हां नूं डुलाया नहीं, डराया नहीं, धमकाया नहीं, लालच नहीं दिता। सरबरा खान ने आख्या सारा कुछ किया पर वो धर्म ते पक्के रखे। बादशाह हैरान होकर उठ खड़ोया, आखन लगा यह किवें हो सकता है, 2 दिन विच 200 बंदा मार दिता होवे, यारो एक भी सलाम ना प्रवान करे, एक भी ना डोले, यह किवें हो सकता है। बादशाह आखन लगा मैं वेखांगा डोल दे क्यों नहीं, धर्म क्यों नहीं छड्ड दे। तुरिया है बादशाह, कोतवाली विच पहुंचिया, 500 सिख चौंकड़े मार के बैठा है। कोई पढ़ रहा है सतगुर सिख की करे प्रतिपाल, सेवक कौ गुर सदा दयाल, सिख की गुर दुरमत मल ही रह, गुर बचनी हर नाम उचरै, सतगुर सिख के बंधन काटै, गुर का सिख बेकार ते हटै, सतगुर सिख को नाम धन दे, गुर का सिख वडभागी है, सतगुर सिख का हलत पलत सवारै, नानक सतगुर सिख को जी नाल समारै। कोई पढ़ रहा आनंद पाया मेरी माए, सतगुरु मैं पाया। कोई पढ़ रहा हमरी करो हाथ दे रक्षा पूर्ण होए, चित की इच्छा तब चरणन मन रहा हमारा, अपना जान करो प्रतिपारा। चौंकड़े लगे, कतलगाह विच पाठ हो रहे ने। बादशाह आखन लगा इन्हां नूं खौफ नहीं भी असीं मारे जाना है। क्रोध विच भरिया बादशाह, ओहदे हत्थ विच टोकरी है, टोकरी विच 2 रोटियां ने, चुक के रोटियां वगा के जेल दीयां सलाखां थाणी अंदर मारियां। ये 2 रोटियां एक बुजुर्ग दी झोली विच जा डिगियां। बुजुर्ग बाबे दे नेत्र खुले, प्रसादे वेखे अखां ललचा गईयां। मना कई महीनों बाद वेखण नूं मिले ने प्रसादे, शक लै अज ते साध संगत आपां संघर्ष कर रहे हां दिल्ली दी धरती ते सहूलतां दी कोई कमी नहीं, गुरु की कृपा है। बड़िया वड्डियां सहूलतां ने, रहन का प्रबंध है, जमाने के हिसाब नाल हर प्रकार की सहूलत है, रहन वास्ते प्रबंध है, इशनान पाण वास्ते प्रबंध है। जदों भी कोई चाहे कोई चाह कोई प्रसादा, नाना प्रकार के लंगर भी चल रहे हैं, बड़े तरह की सौख है। पर उस वक्त कई महीने के फाके कट्टे सिखा ने, पानी की बूंद तक ना नसीब होई जदों दा उन्हां इतिहास सिरजिया। बुजुर्ग बाबे दे मन ने आख्या शक लै, कई महीनों बाद प्रसादे मिले ने, शकन लगे। ਉਹਦੇ सज्जे पासे एक 25 सालों का नौजवान बैठा है। बुजुर्ग बाबा रुक गया, आखन लगा बुजुर्गा तू उम्र भोग लईए, तू संसार तो चलिया भी जाए तो कोई गल नहीं, तेरे सज्जे पासे 25 सालों का नौजवान बैठा है, नौजवानों के सिरां ते कौमां राज करया करदियां ने। बाबा तेरे नालों इन्हां 2 प्रसादियां दी इनू ज्यादा लोड़ है, इनू दे। 2 प्रसादे चुके नौजवान की झोली विच रखे, आखा ले वीरे ये प्रसादे तू छक ले। प्रसादे छकन लगा नौजवान, ओदे भी अंदर सिदक है, नाम जपन वाला है, संतोखी है। ओदे मन ने आख्या नौजवाना तू तगड़ा है, तू 4 दिन प्रसादा होर भी ना सके ते जी सकदा है। तेरे सज्जे पासे 13 सालों का बच्चा बैठा है, बच्चियां नूं भुख ज्यादा लग्या करदी है, तेरे नालों इन्हां 2 प्रसादियां दी इहनूं ज्यादा लोड़ है। 2 प्रसादे चुके बच्चे की झोली विच रखे, आखा ले वीरे ये प्रसादे तू छक ले। यह है खालसे का इतिहास। प्रसादे 2 ने, ना बुजुर्ग छके ना नौजवान ने छके, ते बच्चे की झोली विच आ गए। वह पढ़ रहा सी जाप साहब की बाणी, परमात्म है सर्ब आत्म है, आत्म बस है, जस के जस है,
ਉਹਦੇ ਅੰਦਰ ਸੰਤੋਖ ਹੈ, ਲਾਲਚ नहीं कीता बच्चे ने। ਉਹਨੇ 2 ਪ੍ਰਸ਼ਾਦੇ ਲੈ ਉੱਠ ਕੇ ਖੜਾ ਹੋਇਆ, ਨੌਜਵਾਨ ਨੂੰ ਪਾਸ ਕਰਕੇ ਉਸੇ ਬਜ਼ੁਰਗ ਸਾਹਮਣੇ ਬਾਬੇ ਦੇ ਸਾਹਮਣੇ ਜਾ ਖੜਾ ਹੋਇਆ ਜਿਹਦੇ ਕੋਲੋਂ ਇਹਦੇ ਤੱਕ ਪ੍ਰਸ਼ਾਦੇ ਆਏ ਸਨ। ਬਜ਼ੁਰਗ ਬਾਬੇ ਦੀ ਝੋਲੀ ਵਿੱਚ ਪ੍ਰਸ਼ਾਦੇ ਰੱਖ ਕੇ ਆਖਿਆ, ਲੈ ਬਾਪੂ ਇਹ ਪ੍ਰਸ਼ਾਦੇ ਤੂੰ ਛਕ ਲੈ। ਜਦੋਂ ਬਜ਼ੁਰਗ ਬਾਬੇ ਦੀ ਝੋਲੀ ਵਿੱਚ ਵਾਪਸ ਮੁੜ ਕੇ ਪ੍ਰਸ਼ਾਦੇ ਆ ਗਏ, ਸਲਾਮਤ ਆ ਗਏ, ਇੱਕ ਦੂਜਾ ਦੂਜੇ ਨੂੰ ਪੁੱਛ ਰਿਹਾ ਹੈ ਤੂੰ ਛਕ ਲੈ, ਮੈਂ ਨਹੀਂ ਛਕਣੇ। ਇੰਨਾ ਵੱਡਾ ਸਿਦਕ ਜਦੋਂ ਕੌਮ ਵਿੱਚ ਵੇਖਿਆ, ਬਜ਼ੁਰਗ ਬਾਬਾ ਰੋਹ ਵਿੱਚ ਭਰ ਗਿਆ। ਉਹਨੇ ਬੱਚੇ ਨੂੰ ਪਾਸੇ ਕੀਤਾ, ਬਾਦਸ਼ਾਹ ਦੀ ਚਲਾਈ ਕੋਈ ਚਾਲ ਬਾਬੇ ਦੀ ਸਮਝ ਵਿੱਚ ਆ ਗਈ। ਉਹਨੇ 2 ਪ੍ਰਸ਼ਾਦੇ ਚੁੱਕੇ, ਵਗਾ ਕੇ ਬਾਦਸ਼ਾਹ ਦੇ ਪੈਰਾਂ ਵਿੱਚ ਮਾਰੇ। ਆਖਿਆ, ਉਹ ਬਾਦਸ਼ਾਹ, ਇਹਨਾਂ 2 ਰੋਟੀਆਂ ਦੇ ਵਾਸਤੇ ਤੂੰ ਖਾਲਸੇ ਦਾ ਸਿਦਕ ਪਰਖਦਾ? ਇਹ 2 ਰੋਟੀਆਂ ਤੇ ਕੀ 2 ਲੋਕਾਂ ਦਾ ਰਾਜ ਭਾਗ ਵੀ ਦਵੇਂ। ਗੁਰੂ ਕਾ ਖਾਲਸਾ ਜੁੱਤੀ ਦੀ ਨੋਕ ਉੱਤੇ ਠੁਕਰਾਏਗਾ। ਭਾਵੇਂ ਮੌਤ ਦੇ ਡਰ ਵਿੱਚ ਬੈਠੇ ਨੇ, ਭਾਵੇਂ ਸ਼ਹੀਦ ਹੋਣਾ ਹੈ, ਕਤਲਗਾਹ ਹੈ, ਪਰ ਸਾਧ ਸੰਗਤ 2 ਪ੍ਰਸ਼ਾਦੇ ਬਾਦਸ਼ਾਹ ਦੇ ਪੈਰਾਂ ਵਿੱਚ ਵਗਾ ਕੇ ਮਾਰੇ। ਬਾਦਸ਼ਾਹ 2 ਲੋਕਾਂ ਦਾ ਰਾਜ ਭਾਗ ਵੀ ਦਵੇਂ ਤਾਂ ਵੀ ਤੂੰ ਖਾਲਸੇ ਨੂੰ ਸਿਦਕ ਤੋਂ ਨਹੀਂ ਡੁਲਾ ਸਕਦਾ। ਹਿੰਦੁਸਤਾਨ ਦਾ ਬਾਦਸ਼ਾਹ ਹੈ ਫਰੁਖਸੀਅਰ, ਝੁਕਿਆ, ਉਹਨੇ ਧੂੜੀ ਚੁੱਕੀ ਮੱਥੇ ਨੂੰ ਲਾਈ। ਉਹਨੇ ਆਖਿਆ, ਮੈਂ ਕੁਰਬਾਨ ਜਾਂਦਾ ਹਾਂ ਇਹਨਾਂ ਸਿੱਖਾਂ ਤੋਂ। ਬੇਸ਼ੱਕ ਅੱਜ ਇਹ ਮਾਰੇ ਜਾ ਰਹੇ ਨੇ, ਪਰ ਅਗਰ ਇਹਨਾਂ ਦੀ ਪੀੜ੍ਹੀ ਵਿੱਚ ਇਹਨਾਂ ਸੰਤੋਖ ਰਿਹਾ, ਇਹਨਾਂ ਨੂੰ ਰਾਜ ਕਰਨ ਤੋਂ ਕੋਈ ਰੋਕ ਨਹੀਂ ਸਕੇਗਾ। 5 ਮਾਰਚ ਤੋਂ ਲੈ ਕੇ 11 ਮਾਰਚ ਤੱਕ ਸਾਧ ਸੰਗਤ ਹੋਲੀਆਂ ਦੇ ਦਿਨ ਸਨ। ਦਿੱਲੀ ਦੇ ਲੋਕ ਪਾਣੀ ਵਿੱਚ ਰੰਗ ਪਾ ਕੇ, ਰੰਗ ਨੂੰ ਸ਼ੀਸ਼ੀਆਂ ਵਿੱਚ ਪਾ ਕੇ ਇੱਕ ਦੂਜੇ ਤੇ ਰੰਗ ਸੁੱਟ ਕੇ ਹੋਲੀਆਂ ਖੇਡ ਰਹੇ ਸਨ। ਪਰ ਦਿੱਲੀ ਦੀ ਧਰਤੀ ਤੇ 5 ਮਾਰਚ ਤੋਂ ਲੈ ਕੇ 11 ਮਾਰਚ ਤੱਕ 7 ਦਿਨ ਵਿੱਚ 700 ਸ਼ਹੀਦੀਆਂ ਦੇ ਕੇ ਸਿੱਖਾਂ ਨੇ ਆਪਣੇ ਖੂਨ ਦਾ ਹੋਲਾ ਮੁਹੱਲਾ ਇੰਜ ਖੇਡਿਆ ਹੈ। खेड गए ने लाल दशमेश दे, होला खेड गए ने लाल दशमेश दे। के बादशाह हैरान हो गया, के बादशाह हैरान हो गया, के बादशाह हैरान हो गया। ਜਦੋਂ ਦਿੱਲੀ ਵਿੱਚ ਜ਼ੁਲਮ ਕਮਾਇਆ ਸੀ। 5 ਮਾਰਚ ਆਪਾਂ ਦਾ ਦਿਨ ਆਇਆ ਸੀ, ਜਦੋਂ ਦਿੱਲੀ ਵਿੱਚ ਜ਼ੁਲਮ ਕਮਾਇਆ ਸੀ। ਖੂਨ ਛੱਲਾਂ ਵਾਂਗ ਸਿੰਘਾਂ ਨੇ ਵਹਾਇਆ ਸੀ, ਖੂਨ ਛੱਲਾਂ ਵਾਂਗ ਸਿੰਘਾਂ ਨੇ ਵਹਾਇਆ ਸੀ। ਜ਼ਮਾਨਾ ਤਾਂ ਹਮਾਰ ਰੋਪਿਆ, ਜ਼ਮਾਨਾ ਤਾਂ ਹਮਾਰ ਰੋਪਿਆ, ਕਿ ਬਾਦਸ਼ਾਹ ਹੈਰਾਨ ਹੋ ਗਿਆ। ਸਰਬਰਾਇਤ ਬਾਦਸ਼ਾਹ ਚੰਡਾਲਾ ਨੇ रूप धारे होए वांग जमकाला ने, ਸਰਬਰਾਇਤ ਬਾਦਸ਼ਾਹ ਚੰਡਾਲਾ ਨੇ रूप धारे होए वांग जमकाला ने। ਅੱਗੋਂ ਖਾਲਸੇ, अगो खालसे, अगो खालसे ने कीतियां कमाला ने, ਕਮਾਲਾਂ ਨੇ कमाला ने। अगो खालसे ने कीतियां कमाला ने, अगो खालसे ने कीतियां कमाला ने। कि जालमां दा होश खो गया, के बादशाह हैरान हो गया।
बन जोटियां ओने परखने नू लईयां हथ रोटियां। दुनिया एक मंसूर ते मान कर दी, दुनिया एक मंसूर ते मान कर दी, इथे पंथ मंसूरां दा पलदा ए। दुनिया एक मंसूर ते मान कर दी, इथे पंथ मंसूरां दा पलदा ए। साडे बच्चे भी खल लुहा सकदे, कादा मान तबरेज दी खल दा ए। पिछों सिंह दशमेश दा सजदा ए, पिछों सिंह दशमेश दा सजदा ए, पहला सिर नजराने विच घलदा ए। उस बाग विच खिजा दा कम किए, उस बाग विच खिजा दा कम किए, जिथे खालसे दा सिक्का चलदा ए। जट जेल वाले आया बन झोटियां, ओने परखने नू लईयां हथ रोटियां। जट जेल वाले आया बन झोटियां, ओने परखने नू लईयां हथ रोटियां। गेड़ा खा के गेड़ा खा के गेड़ा खा के पछा जद लोटियां, गेड़ा खा के पछा जद लोटियां। के नूर छंदा नू परो गया, के नूर छंदा नू परो गया, के बादशाह हैरान हो गया। भोला खेड़ गैन लाल दशमेश दे, भोला खेड़ गैन लाल दशमेश दे। के बादशाह हैरान हो गया, के बादशाह हैरान हो गया, के बादशाह हैरान हो गया। बनदे कदे इतिहास ना इस गल्ले के असी राजियां दे बहुते पूर जम्मे। आउण वालियां नस्लां ये पुछना है केड़ी कौम ने किन्ने मंसूर जम्मे। थोड़ा जिहा बेस करो, बेस कदर जिंदगी दी ओही पा सकदा जेड़ी कौम नूं मरन दा चल पै जाए। कदर जिंदगी दी ओही पा सकदा जेड़ी कौम नूं मरन दा चल पै जाए। अंत पैंदा है मुल शहादतां दा, भावें अज पै जाए ते भावें कल पै जाए। बादशाह हैरान हो गया भी इन्ना वड्डा कौम विच सबर ते सिदक। 5 मार्च तो लैके 11 मार्च तक 7 दिन विच 700 सिख शहीद होया। किसे एक ने भी इस्लाम ने प्रवान किया। जिंदगी की सत्संग ते छोटी जी कहानी नहीं, बड़ी वड्डी दास्तान है। चुकना नहीं, टुट जाना कबूल है। जेड़े चुक जाते हैं खत्म हो जाते हैं, जेड़े टुट जाते हैं मोए भी उठ पैंदे ने, अमर रहिंदे ने। टुट जाण वालियां दी याद विच मेले लग्या करदे ने, चुक जाण वालियां दा कोई नां तक नहीं लैंदा। समा अपनी चाले चलदा गया। 7 दिनां विच 700 सिख शहीद होया। बाबा बंदा सिंह बहादुर जी दा साथी सिंह शहीद हो गए। 11 मार्च तो लैके 18 जून 3.5 महीने का समा बाबा बंदा सिंह ते उन्हां दे साथी बड़ा वड्डा उन्हां उत्ते जुल्म अत्याचार किया गया भी किसी ना किसी तरीके झुक जान, विक जान, डिग डोल जान, थिड़क जान। असी ये ते कह सकांगे ना भी उन्हां विचों एक ही मन गया। 734 फड़े ने, एक ही डोल जावे, एक ही सरकार नाल रल जाए। शहीदां वर्गा मान, गुरु के सिखां वर्गा मान होर किसे ते नहीं किया जा सकता।
ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ, ਰੋਮ ਰੋਮ ਵਿੱਚ ਨਾਮ ਦਾ ਰਸ, ਖਾਂਡੇ ਬਾਟੇ ਦੀ ਪਾਹੁਲ ਤੇ ਦਸ਼ਮੇਸ਼ ਪਿਤਾ ਉਤੇ ਅਟੁੱਟ ਵਿਸ਼ਵਾਸ ਅਜਿਹੇ ਆਗੂ ਹੀ ਕੌਮ ਨੂੰ ਕਿਸੇ ਬੰਨੇ ਲਾਇਆ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਖਾਲਸਾ ਸ਼ਾਹੀ ਕਿਲੇ ਵਿੱਚ ਬੜਾ ਵੱਡਾ ਤਸ਼ੱਦਦ ਕੀਤਾ ਗਿਆ ਪਰ ਨਹੀਂ ਡੋਲਿਆ। 18 ਜੂਨ ਦੀ ਸ਼ਾਮ ਫਰੁਖਸੀਅਰ ਦਾ ਵਜ਼ੀਰ ਬਾਦਸ਼ਾਹ ਦੇ ਕੋਲ ਖੜਾ ਹੈ। ਬਾਦਸ਼ਾਹ ਸਲਾਮਤ। ਨੀਤੀ ਕਹਿੰਦੀ ਹੈ ਕਿ ਸਰਕਾਰ ਨੂੰ ਆਪਣੇ ਬਾਗੀ ਨੂੰ ਬਹੁਤਾ ਸਮਾਂ ਹਿਰਾਸਤ ਵਿੱਚ ਨਹੀਂ ਰੱਖਣਾ ਚਾਹੀਦਾ, ਜਾਂ ਕਤਲ ਕਰ ਦੇਣਾ ਚਾਹੀਦਾ ਜਾਂ ਰਿਹਾ ਕਰ ਦੇਣਾ ਚਾਹੀਦਾ। ਬਗਾਵਤ ਦੀ ਲਹਿਰ ਉੱਠ ਸਕਦੀ ਹੈ। ਬੰਦਾ ਸਿੰਘ 3.25 ਮਹੀਨੇ ਤੋਂ ਕੈਦ ਹੈ, ਉਹਦੇ ਬਾਰੇ ਫੈਸਲਾ ਦਿੱਤਾ ਜਾਏ। ਬਾਦਸ਼ਾਹ ਨੇ ਆਖਿਆ ਕੱਲ ਦਾ ਦਿਨ ਬਾਬਾ ਬੰਦਾ ਸਿੰਘ ਦੀ ਜ਼ਿੰਦਗੀ ਦਾ ਆਖਰੀ ਦਿਨ ਹੈ, ਕੱਲ ਨੂੰ ਪੁੱਛ ਲਓ ਜੇ ਧਰਮ ਛੱਡਦਾ ਹੈ ਠੀਕ ਹੈ, ਨਹੀਂ ਤੇ ਕਤਲ ਕਰ ਦਿੱਤਾ ਜਾਏ। 19 ਜੂਨ ਦਾ ਦਿਨ ਆਇਆ। ਬਾਬਾ ਬੰਦਾ ਸਿੰਘ ਤੇ ਉਹਦੇ ਨਾਲ ਦੇ 34 ਜਥੇਦਾਰ ਸ਼ਾਹੀ ਕਿਲੇ ਵਿੱਚੋਂ ਬਾਹਰ ਕੱਢੇ ਗਏ। ਸਰਕਾਰ ਨੇ ਆਖਿਆ ਇੱਕ ਵਾਰੀ ਸਾਰੀ ਦਿੱਲੀ ਦਾ ਗੇੜਾ ਦਵਾ ਦਿਓ, ਲੋਕਾਂ ਦੇ ਮਨਾਂ ਵਿੱਚੋਂ ਬੰਦਾ ਸਿੰਘ ਦਾ ਡਰ ਚੁੱਕਿਆ ਜਾਏ ਤੇ ਸਰਕਾਰ ਦਾ ਡਰ ਬਹਿ ਜਾ ਲੋਕਾਂ ਦੇ ਦਿਲਾਂ ਉੱਤੇ। ਲੋਕ ਡਰਨ ਇਹਨਾਂ ਦਾ ਨਾਮ ਲੈਣ ਤੋਂ, ਇਹਨਾਂ ਦਾ ਸਾਥ ਦੇਣ ਤੋਂ, ਇਹਨਾਂ ਵਰਗੇ ਬਣਨ ਤੋਂ। ਸ਼ਾਹੀ ਕਿਲੇ ਤੋਂ ਬਾਹਰ ਨਿਕਲਿਆ ਜਲੂਸ ਤੇ ਦਿੱਲੀ ਦੀਆਂ ਗਲੀਆਂ ਵਿੱਚ ਮਾਰਚ ਕਰ ਰਿਹਾ। ਬਜ਼ੁਰਗ ਆਪਣੇ ਪੋਤਰਿਆਂ ਨੂੰ ਲੈ ਕੇ ਕੋਠਿਆਂ ਦੀਆਂ ਛੱਤਾਂ ਉੱਤੇ ਖੜੇ ਨੇ। ਬਚਿਆ ਤੈਨੂੰ ਉਹ ਮਰਦ ਵਿਖਾਵਾਂ ਜਿਨ੍ਹਾਂ ਸਰਕਾਰ ਦੇ ਬਰਾਬਰ ਇੱਕ ਸਰਕਾਰ ਖੜੀ ਕਰਕੇ ਰੱਖ ਦਿੱਤੀ, ਤਖਤ ਸਿਰਜ ਕੇ ਰੱਖ ਦਿੱਤਾ, ਸਿੱਕੇ ਚਲਾ ਦਿੱਤੇ ਆਪਣੇ ਗੁਰੂ ਦੇ ਨਾਂ ਉੱਤੇ, ਤੇ ਜਿਹਨੂੰ ਹਿੰਦੁਸਤਾਨ ਦੀ ਸਰਕਾਰ ਤੱਕ ਤਰਲਿਆਂ ਨਾਲ ਫੜ ਸਕੀ ਹੈ, ਜਿਨੇ ਸ਼ਾਹੀ ਨੂੰ ਵਕਤ ਪਾ ਕੇ ਰੱਖ ਦਿੱਤਾ। ਆਓ ਤੁਹਾਨੂੰ ਉਸ ਮਰਦ ਦੇ ਦਰਸ਼ਨ ਦੀਦਾਰ ਕਰਾਈਏ। ਬਜ਼ੁਰਗ ਏਦਾਂ ਆਪਣੇ ਬੱਚਿਆਂ ਨੂੰ ਕਹਿ ਕੇ ਕੋਠੀਆਂ ਦੀਆਂ ਛੱਤਾਂ ਉੱਤੇ ਖੜੇ ਨੇ ਉਸ ਮਰਦ ਦੇ ਦਰਸ਼ਨ ਕਰਨ ਵਾਸਤੇ। ਬਾਬਾ ਬੰਦਾ ਸਿੰਘ ਦੇ ਸਾਥੀ 34 ਜਥੇਦਾਰ 17 ਊਠਾਂ ਉੱਤੇ 2-2 ਸਿੱਖ ਜੂੜ ਕੇ ਬੱਧੇ ਨੇ, ਇੱਕ ਸੱਜੇ ਤੇ ਇੱਕ ਖੱਬੇ। ਲੂਣ ਮੰਡੀ ਦਿੱਲੀ ਵਿੱਚ ਹੈ, ਉੱਥੋਂ ਦੀ ਸ਼ਹੀਦਾਂ ਦਾ ਜਲੂਸ ਜਾ ਰਿਹਾ ਹੈ। ਉਸ ਵਕਤ ਦਾ ਇੱਕ ਪੱਤਰਕਾਰ ਹੈ ਜਿਸ ਦਾ ਨਾਮ ਹੈ ਮਿਰਜ਼ਾ ਮੁਹੰਮਦ ਹਰੀਸੀ। ਉਹ ਖੜਾ ਹੈ ਸੜਕ ਦੇ ਕਿਨਾਰੇ। ਉਹਨੇ ਊਠ ਤੇ ਬੱਧੇ ਹੋਏ ਸਿੱਖ ਦਾ ਚਿਹਰਾ ਵੇਖਿਆ। ਉਹ ਖਿੜਖੜਾ ਕੇ ਹੱਸ ਰਿਹਾ, ਮੌਤ ਵੱਲ ਨੂੰ ਕਦਮ ਵੱਧ ਰਿਹਾ, ਪਰ ਚਿਹਰੇ ਦੀ ਪ੍ਰਸੰਨਤਾ ਪੱਤਰਕਾਰ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਆਈ। ਉਹਨੇ ਅੱਗੇ ਹੋ ਕੇ ਤੁਰੇ ਜਾਂਦੇ ਊਠ ਦੇ ਨਾਲ ਤੁਰ ਕੇ ਸਿੱਖ ਨੂੰ ਪੁੱਛਿਆ, ਸਿੱਖਾ ਤੂੰ ਜ਼ਿੰਦਗੀ ਦੇ ਅੰਤਮ ਪੜਾਅ ਵੱਲ ਵੱਧ ਰਿਹਾ ਹੈ, ਤੇਰੀ ਗਰਦਨ ਉੱਤੇ ਤਲਵਾਰ ਲਟਕ ਰਹੀ ਹੈ, ਪਰ ਤੇਰੇ ਚਿਹਰੇ ਦਾ ਹਾਸਾ ਮੈਨੂੰ ਸ਼ੰਕੇ ਵਿੱਚ ਪਾ ਰਿਹਾ ਹੈ। ਤੈਨੂੰ ਡਰ ਨਹੀਂ ਵੀ ਤੂੰ ਮਾਰੇ ਜਾਣਾ ਹੈ? ਊਠ ਤੇ ਬੱਧਿਆ ਹੋਇਆ ਸਿੱਖ ਜੂੜ ਕੇ ਊਠ ਦੇ ਨਾਲ ਉਹ ਬੰਨਿਆ ਜਾ ਰਿਹਾ ਤੇ ਉਹਨੇ ਉੱਤਰ ਦਿੱਤਾ ਹਰੀਸੀ ਨੂੰ, ਹਰੀਸੀ ਜੀ ਮਰਦਾਂ ਦੀ ਜ਼ਿੰਦਗੀ ਦੇ 2 ਪਹਿਲੂ ਹੋਇਆ ਕਰਦੇ ਨੇ, ਅਣਖ ਦਾ ਜੀਣਾ, ਮਰਦਾਂ ਦੀ ਮੌਤ ਤੇ ਮਰਨਾ। ਅਣਖ ਦਾ ਜੀਣਾ ਅਸੀਂ ਜੀ ਲਿਆ, ਮਰਦਾਂ ਦੀ ਮੌਤ ਤੇ ਮਰਨ ਜਾ ਰਹੇ ਹਾਂ, ਡਰ ਕਾਦਾ? ਸਾਨੂੰ ਤੇ ਚਾਹ ਹੈ, ਬੇਦਾਗ ਆਏ ਸੀ ਤੇ ਬੇਦਾਗ ਚੱਲੇ ਖਾਂ। ਇਤਿਹਾਸ ਕਹਿੰਦਾ ਸਿੱਖ ਇਦਾਂ ਕਹਿੰਦਾ ਹੋਇਆ ਅੱਗੇ ਵੱਧ ਗਿਆ। ਉਹਦੇ ਅੰਤਮ ਬੋਲ ਹਰੀਸੀ ਨੇ ਆਪਣੇ ਕਾਗਜ਼ ਵਿੱਚ ਨੋਟ ਕਰ ਲਏ। ਬਾਅਦ ਵਿੱਚ ਉਹਨੇ ਪੁਸਤਕ ਵੀ ਲਿਖੀ, ਇਬਰਤਨਾਮਾ ਨਾਂ ਦੀ ਉਹਨੇ ਪੁਸਤਕ ਲਿਖੀ। ਸ਼ਹੀਦਾਂ ਦੀ ਸਾਰੀ ਦਾਸਤਾਨ, ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ, ਅੱਖੀਂ ਡਿੱਠਾ ਸਾਕਾ, ਸਾਰਾ ਉਹਨੇ ਆਪਣੀ ਕਲਮ ਨਾਲ ਕਲਮ ਬੰਦ ਕੀਤਾ। ਉਸ ਪੁਸਤਕ ਦਾ ਨਾਮ ਹੈ ਇਬਰਤਨਾਮਾ। ਉਹਦਾ ਰਾਈਟਰ ਹੈ ਮਿਰਜ਼ਾ ਮੁਹੰਮਦ ਹਰੀਸੀ। ਅੱਗੇ ਵੱਧ ਗਿਆ। ਬਾਬਾ ਬੰਦਾ ਸਿੰਘ ਜੀ ਦਾ ਹਾਥੀ ਆ ਗਿਆ ਜਿਸ ਪਿੰਜਰੇ ਵਿੱਚੋਂ ਬੰਦ ਨੇ। ਹਰੀਸੀ ਨੇ ਜਦੋਂ ਪਿੰਜਰਾ ਵੇਖਿਆ, ਹਾਥੀ ਦੇ ਦਰਸ਼ਨ ਕੀਤੇ, ਕੋਲ ਖੜੇ ਹੋਏ ਆਫੀਸਰ ਨੂੰ ਪੁੱਛਿਆ ਜਿਹੜਾ ਲਾਗੇ ਪਹਿਰਾ ਦੇ ਰਿਹਾ, ਉਹਨੂੰ ਪੁੱਛਿਆ, ਆਏ ਆਫੀਸਰ ਮੈਂ ਪੁੱਛਣਾ ਚਾਹੁੰਦਾ ਹਾਂ, ਬੰਦਾ ਸਿੰਘ ਪਿੰਜਰੇ ਵਿੱਚ ਕੈਦ ਹੈ, ਪਿੰਜਰਾ ਹਾਥੀ ਉੱਤੇ ਰੱਖਿਆ, ਪਿੰਜਰੇ ਦੇ ਸੱਜੇ ਖੱਬੇ 2 ਸਿਪਾਹੀ ਖੜੇ ਕੀਤੇ ਨੇ, ਇਹ ਕਿਉਂ? ਆਫੀਸਰ ਨੇ ਉੱਤਰ ਦਿੰਦਿਆਂ ਹੋਇਆ ਆਖਿਆ, ਮਿਰਜ਼ਾ ਸਾਹਿਬ ਤੁਹਾਨੂੰ ਪਤਾ ਹੈ ਸਾਡੀ ਰਿਪੋਰਟ ਕਹਿੰਦੀ ਹੈ ਕਿ ਬੰਦਾ ਸਿੰਘ ਸਿਪਾਹੀ ਬਣਨ ਤੋਂ ਪਹਿਲਾਂ ਇੱਕ ਸੰਤ ਸੀ, ਇਹਦੇ ਕੋਲ ਇੱਕ ਡੇਰਾ ਸੀ, ਇਹਦੇ ਕੋਲ ਰਿੱਧੀਆਂ ਸਿੱਧੀਆਂ ਨਿੱਧੀਆਂ ਜੰਤਰ ਮੰਤਰ ਤੰਤਰ 9 ਨਾਥ 52 ਵੀਰ ਇਹਨੇ ਸ਼ਕਤੀਆਂ ਵਸ ਵਿੱਚ ਕੀਤੀਆਂ ਹੋਈਆਂ ਨੇ। ਇਹ ਪਲੰਗਾ ਹਵਾ ਵਿੱਚ ਉਡਾ ਦਿਆ ਕਰਦਾ ਸੀ, ਮਹਾਤਮਾ ਨੂੰ ਪਲੰਗੇ ਤੇ ਬਿਠਾ ਕੇ ਪਲੰਗਾ ਹਵਾ ਵਿੱਚ ਉਡਾ ਕੇ ਜ਼ਮੀਨ ਤੇ ਮੁੱਦਾ ਮਾਰਿਆ ਕਰਦਾ ਸੀ। ਤੇ ਜਿਹੜਾ ਪਲੰਗਾ ਉਡਾ ਸਕਦਾ ਹੈ ਉਹ ਅੱਜ ਪਿੰਜਰਾ ਵੀ ਉਡਾ ਸਕਦਾ ਹੈ ਆਪਣੀ ਜਾਨ ਬਚਾਉਣ ਵਾਸਤੇ। ਇਹ ਪਹਿਰੇਦਾਰ ਤਾਂ ਖੜੇ ਕੀਤੇ ਨੇ ਵੀ ਜੇ ਅੱਜ ਬੰਦਾ ਸਿੰਘ ਜੰਤਰਾਂ ਮੰਤਰਾਂ ਸ਼ਕਤੀਆਂ ਦਾ ਇਸਤੇਮਾਲ ਕਰਕੇ ਪਿੰਜਰਾ ਉਡਾਉਣ ਲੱਗੇ, ਇਹਨਾਂ ਪਹਿਰੇਦਾਰਾਂ ਨੂੰ ਹੁਕਮ ਹੈ ਵੀ ਇਹਨਾਂ ਦੇ ਹੱਥਾਂ ਵਿੱਚ ਜਿਹੜੇ ਛੁਰੇ ਨੇ ਬੰਦਾ ਸਿੰਘ ਦੀ ਛਾਤੀ ਵਿੱਚ ਉਸੇ ਵੇਲੇ ਖੋਭ ਦਿੱਤੇ ਜਾਣ, ਕਿਤੇ ਬਚ ਨਾ ਜਾਏ, ਪਿੰਜਰਾ ਲੈ ਕੇ ਕਿਤੇ ਉੱਡ ਨਾ ਜਾਏ। ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਹੈ, ਉਹ ਕਹਿੰਦਾ ਤੇਰੀ ਨਜ਼ਰ ਸਵਲੜੀ ਹੋਏ ਜਿਸ ਤੇ ਕੱਲਾ ਲੱਖਾਂ ਮੂਰੇ ਛਾਤੀ ਡਾ ਸਕਦਾ, ਚਿੜੀਆਂ ਭੋਲੀਆਂ ਤੋੜ ਕੇ ਬਾਜ ਖਾਦਾ, ਬਾਜ ਰਣ ਵਿੱਚ ਪਰਥੂ ਪਾ ਸਕਦਾ, ਗੈਰ ਮਜਬ ਦਾ ਆ ਗਿਆ ਪੁੱਤ ਲੈ ਕੇ ਉਹ ਵੀ ਰਣ ਵਿੱਚ ਸ਼ਹੀਦ ਕਰਾ ਸਕਦਾ ਹੈ। ਤੇਰੇ ਖੰਡੇ ਦਾ ਅੰਮ੍ਰਿਤ ਹੈ ਜਿਸ ਛਕਿਆ, ਹਾਥੀ ਕੀ ਉਹ ਪਰਬਤ ਉਡਾ ਸਕਦਾ।
सरकार कहती है किते हाथी सने ना उड़ जाए ये आसमान नू, ये तां खड़ा कीता है। पर शरधा वाले कहते ने भी जे सिख चाहे वो हाथी सने ते की पर्वत सने भी उड़ सकता है। जे गुरु का सिख चाहे, पर सिख नू आदेश है हुक्म रजाई चलना नानक लिखिया नाल। हरीसी ने आख्या ए ऑफिसर मैं इन्हें पूछना चाहता ये क्यों खड़े कीते ने। मेरा सवाल यह है भी ये पहरा दे रहे ने ठीक है, पर इन्हां दे लक नू पेटियां मार के संगलियां बाबे बंदा सिंह दे पिंजरे नाल बंधियां ने। बाबा बंदा सिंह ते सरकार दा दोषी है, सरकार उन्होंने मुजरम समझदी है। ओहदे ते गल विच तौक होवे ठीक है, हथी हथ कड़ियां होण ठीक है, पैरां विच बेड़ियां होण शुभदा है भी वो सरकार ओहदे उल्ट है। पर तुसीं अपने सिपाहियां दे लक नू पेटियां मार के संगलियां बाबे बंदा सिंह दे पिंजरे नाल बंधियां ने। ये क्यों बन्ने ने, ये बन के क्यों खिलारे ने, ये पूछना चाहता हाँ। जदों इस गल का उत्तर वो ऑफिसर देन लगा, उन्होंने शर्म आ गई, सिर झुक गया। उन्हें उत्तर दिता हरीसी जी बंदा सिंह बड़ा योद्धा है, हिंदुस्तान की सरकार तगड़े होकर बाबा बंदा सिंह नू पिंजरे विच पा सकी है। हकीकत यह है साडा कोई भी सिपाही डरदा मारा बाबा बंदा सिंह दे पिंजरे दे कोल खड़न नू तैयार नहीं सी, इत्थे पहरा देण नू तैयार नहीं सी। जेड़ा भी इहदे चेहरे वाल वेखदा सी वो डर के दौड़ जांदा सी भी किते पिंजरे विचों ना बाहर आ जावे, किते पिंजरा तोड़ के ना बाहर आ जावे। साडा कोई सिपाही डरदा मारा इहदे पिंजरे दे लागे पहरा देण नू तैयार नहीं सी। हरीसी जी असी अपनी कमजोरी छपा रहे हाँ, हकीकत है भी ये आप नहीं खड़े, इन्हां नू धक्के नाल बंध के खिलारिया गया। इन्हां नू उदां खड़े करदे सन दौड़ जांदे सन, इसलिए इन्हां दे लक नू पेटियां मार के संगलियां बाबे बंदा सिंह दे पिंजरे नाल बंधियां ने। हरीसी चुकिया, उन्हें धूड़ी चुकी मत्थे नू लाई, आख्या वाह मरदा तू पिंजरे विच भी कैद, तेरी चढ़ते नहीं, सरकार दा सिपाही भी तेरे लागे पैरा देण नू तैयार नहीं। सरकार हैरान हो गई। खैर संखेप विच अर्ज करां साध संगत, कुतुब मीनार है दिल्ली दे विच उच्चियां मंजिलां वाला, जिन्हों बादशाह कुतुबुद्दीन ऐबक ने अपने समय विच कदे आरंभ कराया सी, संपूर्ण उहदे अगले वारस वालों कीता गया। उहदे लागे बाबा बंदा सिंह नू पिंजरे विचों कढ के बिठा दिता गया। हिंदुस्तान दा बादशाह फरुखसियर खालसा राज दे पहले बादशाह नू मिलने वास्ते आया। बादशाह ने आख्या पहला 34 सिंघां नू पुछो इस्लाम जा मौत। उन्हां 34 ने एक सुर विच आख्या मौत। उन्हां सारियां दे सिर वढ के नेजियां उत्ते टंग के बाबा बंदा सिंह दे 4 चफेरे ओ नेजे गड़ दिते गए। ताड़े एक पासे ढेरी कीते, 34 दे सिर वढ के नेजियां उत्ते टंग के बाबा बंदा सिंह दे 4 चफेरे नेजे गड्डे, तां जो ये जिधर भी वेखे इनू सवाए मौत तो होर कुछ भी नजर ना आवे। 34 सिख शहीद हो गए। बादशाह ने आख्या बंदा सिंह किथे तेरे सूर में ओ जो दे जंगी लड़न जो मलकल मौत नाल कर छाती नंगी, जिन्ना अंदर लखू दे सी धरती रंगी, पेटा हो गए तेग दी सब बीर पुचंगी, कौन छडालू आन के कोई रिहा ना संगी, हुण इस्लाम कबूल लै गल यह चंगी, दियां जगीरां खुलियां दौलत मुंह मंगी। बंदा सिंह सिखी छड्ड, हिंदुस्तान विच मेरी जिन्नी फौज है ओदा कमांडर इन चीफ मैं तेनू बना दियांगा, पा फौज दा सैनापति मैं तेनू थाप दियांगा, तेनू मुंह मंगियां जगीरां दित्तियां जाणगियां। बंदा सिंह रोह विच भर गया, नेत्र लाल सुरख ते डौले फर के आख्या बादशाह मैं पिंजरे विच कैद हाँ, मेरे हथी हथकड़ियां पैरी बेड़ियां ने, पर यह मत भुलो कि एक बादशाह दूजे बादशाह नाल गल कर रहा है, लालच देने की गल ना की जाए। बंदा सिंह ने गज के कहा अगों मेरी गल सुनी ला ध्यान शाह, समझन जान ईमान तो कीमती जो हुंदे होर ही ओ इंसान शाह, मर्द मरण पर सिरड़ ना छड़दे ने, अपनी अणख तो होण कुर्बान शाह, कदों भीख जगीरां दी मंगदे ने, जेड़े मुल्क दे आप सुल्तान शाह, साडा मुल्क ते बादशाह सिंह दे, तेरा की जो देवेगा दान शाह, फड़िया तेरे सिपाहियां ने नाल धोखे, झूठी खा के कसम कुरान शाह, होया कि जे जंग चो हार गए ऐ पर मोई नहीं दिलों सिखी याद शाह, जंग चो हारना हार नहीं ईमान तो थिड़क जाना हार है, मैं अपने ईमान उत्ते दृढ़ हाँ। बादशाह ने आख्या मेरे को भी तरीका है। सरकार ने कमजोर तो कमजोर तरीका अपनाया गया। बाबा बंदा सिंह दा पौने 4 साल दा पुत्र अज वो 4 साल दा हो चुके है, 3 महीने वो कैद विच रहा, वो चुक लिया गया। जलाद ने अपने कुछड़ चुके है, बंदा सिंह दे सामने कुछड़ों उतारे है। 3 महीनों बाद अपने पुत्र नूं वेखिया। अजय सिंह अपने पिता वाल वेख के मोह विच भरिया, निके निके कदमां नाल दौड़दा होया बापू बापू कहंदा होया बंदा सिंह दे गोद विच जा बैठा। उन्हें बाहां दा हार अपने पिता दे गल नूं पाया। बंदा सिंह दे हथी हथकड़ियां ने उन्हें घुट के अपने पुत्र नूं छाती नाल लाया, प्यार दिता। ओदे कक्कियां कक्कियां केसां ते हथ फेर के आख्या अजय सिंह मैं अरदास करदा हां
गुरु गोबिंद सिंह तेरी सिੱਖੀ ਕੇਸਾਂ ਤੇ ਸਵਾਸਾਂ ਸੰਗ ਨਿਭਾਉਣ। ਉਹਨੂੰ ਦਿਸ ਰਿਹਾ ਸੀ ਮੇਰਾ ਪੁੱਤਰ ਹੁਣ ਸ਼ਹਾਦਤ ਦੇ ਮੈਦਾਨ ਵਿੱਚ, ਧਰਮ ਦੇ ਮੈਦਾਨ ਵਿੱਚ ਪਰਖਿਆ ਜਾਏਗਾ। ਪੁੱਤਰਾ ਮੈਂ ਅਰਦਾਸ ਕਰਦਾ ਹਾਂ ਕਲਗੀਧਰ ਤੇਰੀ ਤੋੜ ਨਿਭਾ ਦੇਣ। ਅਰਦਾਸ ਕਰ ਰਿਹਾ ਕਿ ਪਿਤਾ ਆਪਣੇ ਪੁੱਤਰ ਵਾਸਤੇ। ਅਜੈ ਸਿੰਘ ਨੂੰ ਉਹਦੀ ਗੋਦ ਵਿੱਚ ਲਟਾਇਆ ਗਿਆ, ਖੰਜਰ ਬਾਬਾ ਬੰਦਾ ਸਿੰਘ ਦੇ ਸਾਹਮਣੇ ਪੇਸ਼ ਕੀਤਾ ਗਿਆ। ਬਾਦਸ਼ਾਹ ਨੇ ਆਖਿਆ ਬੰਦਾ ਸਿੰਘ ਮੈਂ ਤੇਰਾ ਗੁਰੂ ਤੈਨੂੰ ਬਹਾਦਰ ਕਹਿੰਦਾ ਹੈ, ਪਰ ਮੈਂ ਤਾਂ ਸਮਝਾਂਗਾ ਜੇਕਰ ਆਸ਼ੁਰਾ ਆਪਣੇ ਪੁੱਤ ਦੀ ਛਾਤੀ ਵਿੱਚ ਆਪਣੇ ਹੱਥਾਂ ਨਾਲ ਮਾਰੇ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਬੰਦਾ ਸਿੰਘ, ਆਖਿਆ ਬਾਦਸ਼ਾਹ ਜੇ ਧਰਮ ਦੀ ਪ੍ਰੀਖਿਆ ਪੁੱਤਰ ਸ਼ਹੀਦ ਕਰਕੇ ਮੈਂ ਦੇ ਸਕਦਾ ਹੁੰਦਾ ਮੈਂ ਜ਼ਰੂਰ ਦੇ ਦਿੰਦਾ, ਪਰ ਮੇਰੇ ਗੁਰੂ ਦਾ ਹੁਕਮ ਹੈ ਬੱਚੇ ਤੇ ਵਾਰ ਨਹੀਂ ਕਰਨਾ, ਨਿਹੱਥੇ ਤੇ निर्दोष ਤੇ ਵਾਰ नहीं करना। ये मासूम है, निर्दोष है, निहत्था है और मासूम है, बच्चा है। मेरे गुरु का आदेश है वार नहीं करना, इसलिए मैं वार नहीं करता। गुरु दे बचन की जंजीर में जकड़िया होया हाँ, पर जे गुरु का हुक्म ना हुंदा बंदा सिंह अपने पुत्र नूं हथी शहीद करके भी धर्म की प्रीख्या दे दिंदा, पिछे ना हटदा। बादशाह ने आख्या ठीक है बंदा सिंह जे ये काम तू नहीं कर सकदा, ਇਹ ਕੰਮ ਮੇਰਾ ਜਲਾਦ ਕਰੇਗਾ। ਹੁਕਮ ਹੋਇਆ, ਜਲਾਦ ਨੂੰ ਅੱਗੇ ਵਧਿਆ। ਉਹਨੇ ਜੂੜੇ ਤੋਂ ਪਕੜਿਆ ਅਜੈ ਸਿੰਘ ਨੂੰ, ਉੱਚਾ ਅਸਮਾਨ ਵਿੱਚ ਚੁੱਕਿਆ, ਸੱਜੇ ਹੱਥ ਵਿੱਚ ਛੁਰਾ ਲੈ ਕੇ ਅਜੈ ਸਿੰਘ ਦੀ ਸਾਹ ਰਗ ਨੂੰ ਸਿੱਧਾ ਕੀਤਾ। ਪਿਤਾ ਦੇ ਸਾਹਮਣੇ ਉਹਦਾ ਪੁੱਤਰ ਸ਼ਹਾਦਤ ਦੇ ਮੈਦਾਨ ਵਿੱਚ ਨਤਾਰ ਦਿੱਤਾ ਗਿਆ। ਅਜੈ ਸਿੰਘ ਸਾਹਮਣੇ ਕੇਸਾਂ ਤੋਂ ਪਕੜਿਆ, ਉਹਦੇ ਜਲਾਦ ਦੇ ਸੱਜੇ ਹੱਥ ਵਿੱਚ ਛੁਰਾ ਤੇ ਸਾਹ ਰਗ ਨੂੰ ਸਿੱਧਾ ਹੈ। ਜਲਾਦ ਦਾ ਆਖਰੀ ਸਵਾਲ ਹੈ ਬੰਦਾ ਸਿੰਘ ਸਿੱਖੀ ਚਾਹੀਦੀ ਹੈ ਜਾਂ ਪੁੱਤ ਚਾਹੀਦਾ। ਬਾਬਾ ਬੰਦਾ ਸਿੰਘ ਨੇ ਨੇਤਰ ਬੰਦ ਕੀਤੇ, ਧਿਆਨ ਧਰਿਆ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ। ਮਹਾਰਾਜ ਤੁਸੀਂ ਸਿੱਖੀ ਤੋਂ 4 ਵਾਰੇ ਨੇ, ਉਹਨਾਂ ਚੌਹਾਂ ਵਿੱਚੋਂ ਸਭ ਤੋਂ ਛੋਟਾ ਸੀ ਬਾਬਾ ਫਤਿਹ ਸਿੰਘ। ਬਾਬਾ ਫਤਿਹ ਸਿੰਘ 6 ਸਾਲ ਦਾ ਹੈ, ਮਹਾਰਾਜ ਮੇਰਾ ਪੁੱਤਰ ਅਜੈ ਸਿੰਘ 4 ਸਾਲ ਦਾ ਹੈ। ਸਤਿਗੁਰੂ ਮੈਂ ਤੁਹਾਡੇ 6 ਸਾਲ ਦੇ ਪੁੱਤਰ ਬਾਬਾ ਫਤਿਹ ਸਿੰਘ ਦੇ ਚਰਨਾਂ ਤੋਂ ਆਪਣਾ 4 ਸਾਲ ਦਾ ਪੁੱਤਰ ਅਜੈ ਸਿੰਘ ਕੁਰਬਾਨ ਕਰਦਾ ਹਾਂ। ਮੈਂ ਬਾਬਾ ਫਤਿਹ ਸਿੰਘ ਦੀ ਭੇਟਾ ਚੜਾਉਂਦਾ ਹਾਂ ਆਪਣਾ ਪੁੱਤਰ। ਆਖਿਆ ਸਿੱਖੀ ਚਾਹੀਦੀ ਹੈ ਪੁੱਤਰ ਨਹੀਂ। ਧਰਮ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਆਖਿਆ ਸਿੱਖੀ ਚਾਹੀਦੀ ਹੈ। ਜਲਾਦ ਨੇ ਬੇਰਹਿਮ ਹੋ ਕੇ ਵੱਟ ਕੇ ਛੁਰਾ ਅਜੈ ਸਿੰਘ ਦੀ ਸਾਹ ਰਗ ਵਿੱਚ ਮਾਰਿਆ, ਜੂੜਾ ਘੁੱਟ ਕੇ ਪਕੜੀ ਰੱਖਿਆ ਤੇ ਫਿਰ ਹੇਠਾਂ ਨੂੰ ਚੀਰਦਾ ਆਇਆ। ਬਾਬਾ ਬੰਦਾ ਸਿੰਘ ਦੀ ਅੱਖਾਂ ਦੇ ਸਾਹਮਣੇ ਕੋ ਕੇ ਉਹਦਾ ਪੁੱਤਰ ਸ਼ਹੀਦ ਕੀਤਾ ਜਾ ਰਿਹਾ ਹੈ। ਅਜੈ ਸਿੰਘ ਦਾ ਸਰੀਰ ਕੁਝ ਸਮਾਂ ਹਰਕਤ ਵਿੱਚ ਰਿਹਾ, ਜਿੰਦ ਨਿਕਲਦੀ ਰਹੀ, ਜਿੰਦ ਨਿਮਾਣੀ ਕੱਢੀ ਹੈ, ਹੱਡਾਂ ਕੁੱਕੜ ਕਾਏ, ਹੱਡ ਕੜਕਦੇ ਰਹੇ, ਜਿੰਦ ਨਿਕਲਦੀ ਗਈ, ਜ਼ਮੀਨ ਵਿੱਚੋਂ ਖੂਨ ਵਗਦਾ ਗਿਆ, ਸਰੀਰ ਚੀਰ ਦਿੱਤਾ ਗਿਆ ਤੇ ਅਜੈ ਸਿੰਘ ਦਾ ਸਰੀਰ ਬਾਬੇ ਬੰਦਾ ਸਿੰਘ ਦੇ ਸਾਹਮਣੇ ਲਟਾਇਆ, ਪੇਟ ਪਾੜਿਆ, ਵਿੱਚੋਂ ਲੁੱਛਦਾ ਹੋਇਆ ਦਿਲ ਕੱਢਿਆ, ਕੁਹਾੜੀ ਨਾਲ ਵਾਰ ਕੀਤਾ ਗਿਆ ਦਿਲ ਉੱਤੇ। ਦਿਲ ਦਾ ਇੱਕ ਟੋਟਾ ਜਲਾਦ ਹੱਥ ਵਿੱਚ ਫੜ ਕੇ ਬਾਬਾ ਬੰਦਾ ਸਿੰਘ ਦੇ ਮੂੰਹ ਵਿੱਚ ਪਾ ਕੇ ਪੁੱਤਰ ਦਾ ਦਿਲ ਸਵਾਲ ਕਰਦਾ ਬੰਦਾ ਸਿੰਘ ਇਹ ਕੀ ਹੈ? ਤੇ ਵੇਖਣਾ ਹੋਏਗਾ ਵੀ ਉੱਤਰ ਕੀ ਹੈ ਪਿਤਾ ਦਾ। ਵਾਹਿਗੁਰੂ ਨਾ ਕਰੇ ਕਿਸੇ ਮਾਂ ਬਾਪ ਦਾ ਪੁੱਤਰ ਧੀ ਪੁੱਤਰ ਉਹਨਾਂ ਦੀ ਅੱਖਾਂ ਸਾਹਮਣੇ ਅਕਾਲ ਚਲਾਣਾ ਕਰ ਜਾਏ। ਬੱਚੇ ਮਾਂ ਬਾਪ ਦੀ ਉਮੀਦ ਹੋਇਆ ਕਰਦੇ ਨੇ ਜ਼ਿੰਦਗੀ ਦੀ, ਮਾਪਿਆਂ ਦਾ ਲੱਕ ਟੁੱਟ ਜਾਇਆ ਕਰਦਾ ਜਦੋਂ ਬੱਚੇ ਅੱਖਾਂ ਦੇ ਸਾਹਮਣੇ ਚਲੇ ਜਾਣ, ਬਾਪ ਘਰ ਵਿੱਚ ਹੋਵੇ, ਪਿਤਾ ਦੀ ਅਰਥੀ ਨੂੰ ਮੋਢਾ ਦੇਣਾ ਪਵੇ। ਸਾਧ ਸੰਗਤ ਇਸ ਤੋਂ ਵੱਡਾ ਮਾੜਾ ਦਿਨ ਪਿਤਾ ਵਾਸਤੇ ਆਪਣੇ ਜੀਵਨ ਵਿੱਚ ਨਹੀਂ ਹੋਇਆ ਕਰਦਾ। ਪਰ ਗੁਰੂ ਕਾ ਸਿੱਖ ਕਿਵੇਂ ਇਸ ਪ੍ਰੀਖਿਆ ਵਿੱਚੋਂ ਨਿਕਲ ਰਿਹਾ ਹੈ, ਉਹਦੇ ਸ਼ਬਦ ਕੀ ਨੇ ਜਰਾ ਕੁ ਸੁਣੀਏ। ਉਹਦੇ ਮੁਖ ਵਿੱਚ ਪੁੱਤਰ ਦਾ ਦਿਲ, ਉਹਦੀਆਂ ਅੱਖਾਂ ਸਾਹਮਣੇ ਪੁੱਤਰ ਦੀ ਲਾਸ਼, ਪਰ ਉਹਦਾ ਉੱਤਰ ਹੈ ਕਿ ਬਾਦਸ਼ਾਹ ਅਣਖ ਦੇ ਮੈਦਾਨ ਵਿੱਚ 2 ਬਾਦਸ਼ਾਹ ਨਿਤਰੇ। ਅਣਖ ਦੇ ਮੈਦਾਨ ਵਿੱਚ 2 ਬਾਦਸ਼ਾਹ ਲੜੇ, एक पासे गुरु का ते एक पासे संसारी बादशाह हार गया, दुनियावी बादशाह हार गया ते गुरु का बादशाह जित गया। हारिया होया बादशाह जिते हुए बादशाह दा मुंह मिठा करा रहा है। याद रख बादशाह वड्डे सौदे ने, इत्थे मठियाई दी थां ते पुत्तां दे दिल वरते जांदे ने। ये शब्द ने बाबा बंदा सिंह दे मिर्जा मुहम्मद हरीसी ने इबरतनामा पुस्तक विच शब्द दर्ज कर दिते भी अंतिम वेले बाबा बंदा सिंह दे शब्द की ने जदों ओदा पुत्र शहीद किया गया। जलाद क्रोध विच भर गया, उत्तर उन्हां वास्ते ठीक नहीं सी। उन्होंने अजय सिंह दे पेट विचों अंदरां दा नाड़ियां दा हार कढ़िया, बाबा बंदा सिंह दे गल विच परो के आख्या बंदा सिंह ये की है? जदों इहदा उत्तर देना पिया, मर्द ने आख्या बादशाह ये हार है, हार हारिया होयां दे गलां विच नहीं, जित्तियां होयां दे गलां विच पिया करदे ने। हारिया होया बादशाह जिते हुए बादशाह दे गल विच हार पा के अपनी हार ते मेरी जित नूं स्वीकार करदा है। बादशाह हार गया, गुरु का बादशाह जित गया है। साथ संगत हालात कैसे ने ये नहीं, कोई लड़िया किवें ये वेखना वड्डी बात है भी कोई लड़िया किवें। अखीर बाबा बंदा सिंह बहादुर दे पुत्र दे पेट विचों खून दा बुक भरिया, बाबा बंदा सिंह दे मुंह ते मारिया। बंदा सिंह की है? मर्द ने आख्या बंदा सिंह लाड़ी मौत विआउण चलिया, अगले परिवार वालों उहदे ते केसर छिड़किया जा रहा है। पुत दे रत दे छट्टियां नूं कोई केसर आखे ये ब्रह्म ज्ञानी
खालसा पंथ का प्रथम जथेदार कलगीधर पातशाह जी की प्रथम चोन बाबा बंदा सिंह बहादुर आखिया लाड़ी मौत विआउण चलिया हाँ अगले परिवार वालों मेरे ते केसर छिड़किया जा रहा है टोटे टोटे करके अजय सिंह गल विच परो दिता गया पुत्र जेड़ा चंद मिनट पहला बाहां दा हार पा के गल विच बैठा सी हुण ओ टोटे टोटे करके गल विच पा दिता गया पर सूरमा अडोल बैठे चौंकड़ा लगा के समाधि लगी है गुरु चरणा विच ते ओ अपने पुत्र नूं कह रहा पुत्रा मैं तेरी अरदास कीती सी कलगीधर दे चरणा विच तेरी निभ गई है पुत्रा हुण मेरी अरदास करी कलगीधर दे चरणा विच के सतगुरु जिवें मेरी निभ गई इदां मेरे पिता दी भी निभ जाए पुत्रा अरदास करी समाधि ला के सिख अरदास कर रहा है सत संगत उधर शीतल जी ने बड़ा सोहना लिखा है 4 साल की उम्र अजय सिंह हथ कसाइया आया गोद पिता दी अंदर पाके वहियां ने कतलाया छुरियां दे नाल छाती पाड़ी कट दिल बाहर टिकाया टोटे टोटे कर दिल पुत दा मुंह पिता दे पाया पर रत दे छट्टे मारे ज्यों केसर छिड़काया बोटी बोटी हार परो के गल दे विच लटकाया पर आफरीन मर्द दे शीतल नहीं जिस चित डुलाया कहंदा सगों फतेह सिंह दी मैं भेटा लाल चढ़ाया कोई माया महाराज नूं भेटा करदा है कोई रुमाले महाराज नूं भेटा करदा है बाबा बंदा सिंह कहंदा दाता मैं अपना पुत्र तेनू तेरे पुत्र नूं भेटा कीता है बाबा फतेह सिंह नूं अखीर बादशाह अगे वधिया सवाल किया बंदा सिंह साथी शहीद हो गए पुत्र शहीद हो गया रह गया तू कला दस तैनू केड़ी मौते मारा जदों यह सवाल किया सूरमे दे नेत्र बंद ब्रह्म ज्ञानी बाबा अपनी रसना तो बोलिया बादशाह जेड़ी मौते मुड़ के तू मरना चाहुंदा है ओ मौत मैनू दे जिद्दां अंत तू अपना चाहुंदा है अज उस मौते मैनू मार जदों यह शब्द कहे बादशाह नहीं सी चाहुंदा बाबा बंदा सिंह वर्गा महान मर्द मौत की झोली पा दिता जाए बादशाह चाहुंदा सी डोल जाए मेरे नाल शामिल हो जाए मैं दुनिया ते राज कर सकदा हां अजेखा जरनैल अपनी फौज भी शामिल करके पर जदों कलगीधर दा लाल ना डिग्या ना डोलिया ना थिड़किया ना झुकिया ना विकिया ना गिड़गिड़ाया ना जिंदगी दी भीख मंगी सरकार मजबूर होई बाबा बंदा सिंह जी नूं शहीद करने वास्ते सिੱਖੀ उत्ते परपक्क है कलगीधर दा लाडला बादशाह ने ना चाहुंदियां कतल दा हुक्म दे के ज्यों पैर पिछे परताए घेरा पा के जलादा ने बाबा बंदा सिंह उत्ते जुल्म दी झड़ी किवें लाई किवें सूरमा तन मन काट काट सब अर्पी इन्हां बचना उत्ते किवें पहरा दे रहा है शहादत दे मैदान विच बाबा बंदा सिंह अपना आप गुरु नूं भेटा क्यों करदा है अजय सिंह नू को कतिल कसाइयां ने कीता अजय सिंह नू को कतिल कसाइयां ने बाबा बंदा सिंह दा चित न जरा डुलाया बाबा बंदा सिंह दा चित न जरा डुलाया गल आखरी सुन ले कहा जलादा ने साडी गल आखरी सुन ले कहा जलादा ने मन ले इन नहीं ता कहर जाऊ वरताया मन ले इन नहीं ता कहर जाऊ वरताया सुरत समाधि गुरदे चरनी शेर दी लगी सुरत समाधि गुरदे चरनी शेर दी कर इनकार सूर में सैनत नाल समझाया कर इनकार सूर में सैनत नाल समझाया
जिथे पै के छुरियां चुकियां झट जलादा ने जिथे पै के छुरियां चुकियां झट जलादा ने पहला सज्जी खब्बी अख ते वार चलाया पहला सज्जी खब्बी अख ते वार चलाया पैर कटिया जालमा नाल कटार दे खब्बा पैर कटिया जालमा नाल कटार दे दो में हथ कटते जुल्म वेख घबराया दो में हथ कटते जुल्म वेख घबराया गरम जंबूरे तोड़िया मास शरीर तो मुखों सतनाम दा जापना सिंह पुलाया मजनुआ रांझिया दी उथों शुरू हुंदी दास्तान साडी साडे लड़दियां सीस ले गए ए पर जिस्म चो गई नादान साडी तरदे रखे ने लोक चनाए अंदर तरदे रखे ने लोक चनाए अंदर सिखा लखू अंदर लाइया तारियां ने साडे सबर नू परखिया रंबियां ने साडे सबर नू परखिया रंबियां ने साडे सिदक नू परखिया आरियां ने आखिर टुकड़ा टुकड़ा कीता कंचन दे हिदा हिदा आखिर टुकड़ा टुकड़ा कीता कंचन दे हिदा छड़ जयकारा सूरा सचखंड जा सिदाया छड़ जयकारा सूरा सचखंड जा सिदाया ओढ़क निबी परीती तोड़ नूर जी सेवक दी कलगी तार पिता दा सीस उपर सीसाया बांदी कोई परीत दियां मंजिलां दा बांदी कोई परीत दियां मंजिलां दा एदा बंद मुकाम दा वेखिया ना पैर पैर ते राज नू मार ठोकर हीरे लाल लुटाम दा वेखिया
ਗੋਲੀ ਮੌਤ ਦੀ ਪਾਵੰਦਾ ਵੇਖਿਆ ਨਾ ਪਿਤਾ ਕੋਈ ਪੁੱਤਰ ਦੀ ਲਾਸ਼ ਉੱਤੇ ਪਿਤਾ ਕੋਈ ਪੁੱਤਰ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਵੰਦਾ ਵੇਖਿਆ ਨਾ ਜੀਵਤ ਸਾਹਿਬ ਸੇਵਿਓ ਆਪਣਾ ਜੀਵਤ ਸਾਹਿਬ ਸੇਵਿਓ ਆਪਣਾ ਜੀਵਤ ਸਾਹਿਬ ਸੇਵਿਓ ਆਪਣਾ ਚੱਲ ਤੇ ਰਾਖਿਓ ਚੀਤ ਚੱਲ ਤੇ ਰਾਖਿਓ ਚੀਤ ਸੇਵਕ ਕੀ ਓੜਕ ਨਿਭੀ ਪ੍ਰੀਤ ਓੜਕ ਨਿਭੀ ਪ੍ਰੀਤ ਸੇਵਕ ਕੀ ਓੜਕ ਨਿਭੀ ਪ੍ਰੀਤ ਓੜਕ ਨਿਭੀ ਪ੍ਰੀਤੀ ਤੋੜ ਨੂਰ ਜੀ ਸੇਵਕ ਦੀ ਓੜਕ ਨਿਭੀ ਪ੍ਰੀਤੀ ਤੋੜ ਨੂਰ ਜੀ ਸੇਵਕ ਦੀ ਓੜਕ ਨਿਭੀ ਪ੍ਰੀਤੀ ਤੋੜ ਨੂਰ ਜੀ ਸੇਵਕ ਦੀ ਕਲਗੀਧਰ ਪਿਤਾ ਦਾ ਸੀਸੂ ਪਰ ਸੀਸਾਇਆ ਕਲਗੀਧਰ ਪਿਤਾ ਦਾ ਸੀਸੂ ਪਰ ਸੀਸਾਇਆ ਕਲਗੀਧਰ ਪਿਤਾ ਦਾ ਸੀਸੂ ਪਰ ਸੀਸਾਇਆ ਸਾਇਆ ਚੁਭੀ ਰਖੀ ਸੁਰਤ ਪ੍ਰਭ ਚਰਨਨ ਮਹਿ ਇਹ ਅਵਸਥਾ ਹੈ ਉਸ ਵਕਤ ਬਾਬਾ ਬੰਦਾ ਸਿੰਘ ਜੀ ਦੀ ਪਹਿਲਾਂ ਉਹਨਾਂ ਦੀ ਖੱਬੀ ਅੱਖ ਕੱਢੀ ਗਈ ਪਹਿਲਾਂ ਸੱਜੀ ਅੱਖ ਕੱਢੀ ਗਈ ਫਿਰ ਖੱਬਾ ਪੈਰ ਕੱਟਿਆ ਗਿਆ ਫਿਰ ਸੱਜਾ ਪੈਰ ਕੱਟਿਆ ਗਿਆ ਫਿਰ ਖੱਬੀ ਅੱਖ ਕੱਢੀ ਗਈ ਦੋਵੇਂ ਹੱਥ ਕੱਟੇ ਗਏ ਫਿਰ ਕੂਣੀਆਂ ਤੱਕ ਬਾਹਾਂ ਕੱਟੀਆਂ ਗਈਆਂ ਫਿਰ ਸਾਧ ਸੰਗਤ ਮੋਢਿਆਂ ਤੋਂ ਬਾਹਾਂ ਅਲੱਗ ਕਰ ਦਿੱਤੀਆਂ ਗਈਆਂ ਏਦਾਂ ਸਰੀਰ ਉਹਨਾਂ ਦਾ ਕੱਟਿਆ ਜਾ ਰਿਹਾ ਹੈ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਚੌਂਕੜਾ ਲਗਾ ਕੇ ਬੈਠੇ ਤਨ ਕੱਟਿਆ ਜਾ ਰਿਹਾ ਹੈ ਨੇਤਰ ਬੰਦ ਨੇ ਤੇ ਸੂਰਮੇ ਦਾ ਧਿਆਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਲੱਗਿਆ ਹੋਇਆ ਹੈ ਤੇ ਬਾਬਾ ਬੰਦਾ ਸਿੰਘ ਦੇ ਸਾਹਮਣੇ ਉਹ ਦ੍ਰਿਸ਼ ਹੈ ਜਦੋਂ ਕਲਗੀਧਰ ਜੀ ਨੇ ਬਾਬਾ ਬੰਦਾ ਸਿੰਘ ਨੂੰ ਕੇਸਰੀ ਨਿਸ਼ਾਨ ਸਾਹਿਬ ਦਿੱਤਾ ਸੀ ਝੰਡਾ ਨਗਾਰਾ ਦਿੱਤਾ ਸੀ 5 ਤੀਰ ਦਿੱਤੇ ਸਨ ਪੱਥੇ ਵਿੱਚੋਂ 5 ਗੁਰਮਤਾ ਕਰਨ ਵਾਲੇ ਸਿੰਘ ਦਿੱਤੇ ਸਨ 20 ਸਿੰਘਾਂ ਦਾ ਜਥਾ ਦਿੱਤਾ ਸੀ 19 ਬੰਦਿਆਂ ਦੀ ਲਿਸਟ ਦਿੱਤੀ ਸੀ ਰਾਜ ਕਰੇਗਾ ਖਾਲਸਾ ਦਾ ਸੰਕਲਪ ਦਿੱਤਾ ਸੀ ਬੰਦਾ ਸਿੰਘ ਇਸ ਪੰਥ ਵਾਸਤੇ ਜੀਣਾ ਤੇ ਇਸ ਪੰਥ ਵਾਸਤੇ ਮਰ ਜਾਣਾ ਉਹ ਅੰਤਮ ਕੀਤੇ ਹੋਏ ਬੋਲ ਸਤਿਗੁਰਾਂ ਦੇ ਬਾਬਾ ਬੰਦਾ ਸਿੰਘ ਦੇ ਸਾਹਮਣੇ ਤੇ ਆਖਿਆ ਸੀ ਦਾਤਾ ਮਰ ਜਾਵਾਂਗਾ ਧਰਮ ਦੇ ਮੈਦਾਨ ਤੋਂ ਪਿੱਛੇ ਨਹੀਂ ਹਟਾਂਗਾ ਅੱਜ ਬਾਬਾ ਬੰਦਾ ਸਿੰਘ ਜਦੋਂ ਆਪਣਾ ਸਰੀਰ ਗੁਰੂ ਦੇ ਲੇਖੇ ਲਾ ਰਿਹਾ ਹੈ ਉਹਦੇ ਨੇਤਰ ਬੰਦ ਤੇ ਉਹਦਾ ਧਿਆਨ ਕਲਗੀਧਰ ਨਾਲ ਕੀਤੇ ਹੋਏ ਸੁਵਾਹ ਦੇ ਵਿੱਚ ਹੈ ਦਾਤਾ ਆਪ ਜੀ ਦਾ ਪਿਆਰਾ ਬੰਦਾ ਸਿੰਘ ਆਪਣਾ ਤਨ ਦਾ ਇੱਕ ਕੰਗ ਕੱਟ ਕੇ ਆਪ ਜੀ ਦੇ ਚਰਨਾਂ ਵਿੱਚ ਭੇਟਾ ਕਰ ਰਿਹਾ ਹੈ ਪਰ ਧਰਮ ਤੋਂ ਆਪ ਜੀ ਨਾਲ ਕੀਤੇ ਹੋਏ ਬਚਨ ਤੋਂ ਪਿੱਛੇ ਨਹੀਂ ਹਟ ਰਿਹਾ ਸੂਰਬੀਰ ਬਚਨ ਕੇ ਬਲੀ ਬਾਬਾ ਬੰਦਾ ਸਿੰਘ ਜੀ 19 ਜੂਨ 1716 ਈਸਵੀ ਸ਼ਹਾਦਤ ਦਾ ਜਾਮ ਉਹਨਾਂ ਨੇ ਪ੍ਰਾਪਤ ਕੀਤਾ ਤਕਰੀਬਨ 37-38 ਵਰਿਆਂ ਦੀ ਆਯੂ ਹੈ ਤਕਰੀਬਨ 46 ਕੁ ਵਰਿਆਂ ਦੀ ਉਹਨਾਂ ਦੀ ਆਯੂ ਹੈ 1570 ਦੇ 1670 ਈਸਵੀ ਦਾ ਉਹਨਾਂ ਦਾ ਜਨਮ ਹੈ ਤੇ 1716 ਦੇ ਵਿੱਚ ਉਹਨਾਂ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ 1670 ਦਾ ਜਨਮ ਤੇ ਉਹਨਾਂ ਨੇ 1716 ਵਿੱਚ ਸ਼ਹੀਦੀ ਦਿੱਤੀ ਤਕਰੀਬਨ 46 ਸਾਲ ਦੀ ਉਮਰ ਜਦੋਂ ਉਹਨਾਂ ਨੇ ਗੁਰੂ ਪੰਥ ਤੋਂ ਆਪਣਾ ਆਪ ਕੁਰਬਾਨ ਕੀਤਾ ਸ਼ਹੀਦ ਹੋ ਗਏ ਉਹਨਾਂ ਨੇ ਕਿਹਾ ਸੀ ਬਾਦਸ਼ਾਹ ਜਿਹੜੀ ਮੌਤ ਤੇ ਤੂੰ ਮਰਨਾ ਚਾਹੁੰਦਾ ਹੈ ਉਹਨਾਂ ਦੇ ਅੰਤਮ ਬੋਲ ਸੱਚ ਹੋਏ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ 3 ਸਾਲ ਬਾਅਦ ਸਨ 1719 ਈਸਵੀ ਦੇ ਵਿੱਚ ਸੈਯਦ ਮੁਸਲਮਾਨ ਭਰਾਵਾਂ ਨੇ ਫਰਖਸੀਅਰ ਨੂੰ ਹਿੰਦੁਸਤਾਨ ਦੇ ਬਾਦਸ਼ਾਹ ਦੇ ਤਖਤ ਤੋਂ ਥੱਲੇ ਲਾਇਆ ਜਿਵੇਂ ਇਹਨੇ ਬਾਬਾ ਬੰਦਾ ਸਿੰਘ ਜੀ ਨੂੰ ਸ਼ਹੀਦ ਕੀਤਾ ਸੀ ਇਦਾਂ ਹੀ ਫਰਖਸੀਅਰ ਦੀਆਂ ਵੀ ਅੱਖਾਂ ਕੱਢੀਆਂ ਗਈਆਂ ਹੱਥ ਕੱਟੇ ਗਏ ਪੈਰ ਕੱਟੇ ਗਏ ਜਿਵੇਂ ਇਹਨੇ ਬਾਬਾ ਬੰਦਾ ਸਿੰਘ ਨੂੰ ਸ਼ਹੀਦ ਕੀਤਾ ਸੀ ਬ੍ਰਹਮ ਗਿਆਨੀ ਬਾਬੇ ਨੇ ਸ਼ਹੀਦ ਹੋਣ ਲੱਗਿਆ ਆਖਿਆ ਸੀ ਬਾਦਸ਼ਾਹ ਜਿਹੜੀ ਮੌਤੇ ਮੁੜ ਕੇ ਤੂੰ ਮਰਨਾ ਚਾਹੁੰਦਾ ਉਹ ਮੌਤ ਮੈਨੂੰ ਨਹੀਂ ਅੱਜ ਸੱਚਮੁੱਚ ਉਸੇ ਮੌਤ ਮੁੜ ਕੇ ਫਰਖਸੀਅਰ ਮਾਰਿਆ ਗਿਆ ਫਰਖਸੀਅਰ ਨੂੰ ਨਹੀਂ ਕੋਈ ਯਾਦ ਕਰਦਾ ਕੋਈ ਉਹਦੀ ਯਾਦ ਵਿੱਚ ਜੁੜ ਕੇ ਨਹੀਂ ਬੈਠਦਾ ਕੋਈ ਉਹਦੀ ਥਾਂ ਤੇ ਮੇਲਾ ਨਹੀਂ ਲੱਗਦਾ ਪਰ ਜਿਸ ਮੌਤ ਬਾਬਾ ਬੰਦਾ ਸਿੰਘ ਮਰੇ ਉਹ ਮੌਤ ਅਮਰ ਹੈ ਉਹ ਗੁਰੂ ਦੇ ਘਰ ਪ੍ਰਵਾਨ ਹੈ ਤੇ ਰਹਿੰਦੀ ਦੁਨੀਆ ਤੱਕ ਐਸੀ ਮਰਨੀ ਨੂੰ ਮੱਥਾ ਟੇਕਿਆ ਜਾਏਗਾ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਹੈ ਸਿੱਖ ਪੰਥ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਤੇ ਉਹਨਾਂ ਦੇ ਨਾਲ 734 ਸਿੰਘ ਜਿਹੜੇ ਸ਼ਹੀਦ ਹੋਏ ਉਹਨਾਂ ਦੀ ਸ਼ਹਾਦਤ ਦੀ ਅਮਰ ਦਾਸਤਾਨ ਆਪ ਜੀ ਦੀ ਅਸੀਸ ਸਦਕਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਰਸ ਸਦਕਾ
ਢਾਡੀ ਜਥੇ ਨੇ ਆਪ ਜੀ ਦੀ ਖਿਦਮਤ ਵਿੱਚ ਅਰਜ਼ ਕੀਤੀ ਹੈ। ਇਤਿਹਾਸ ਕਹਿੰਦਿਆਂ ਬੇਅੰਤ ਪੁੱਲਾਂ ਹੋਈਆਂ ਸੁਭਾਵਕ ਨੇ, ਆਪ ਜੀ ਨੇ ਬਖਸ਼ ਦੇਣੀਆਂ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਹੋਈਆਂ ਬੇਅੰਤ ਪੁੱਲਾਂ ਚੁੱਕਾਂ ਦੀ ਖਿਮਾ। ਕਿਸਾਨੀ ਅੰਦੋਲਨ ਦਿੱਲੀ ਦੀ ਧਰਤੀ ਤੇ ਚੱਲ ਰਿਹਾ ਹੈ। ਜਿਹੜੀਆਂ ਜ਼ਮੀਨਾਂ ਬਾਬਾ ਬੰਦਾ ਸਿੰਘ ਜੀ ਨੇ ਖਾਲਸਾ ਰਾਜ ਕਾਇਮ ਕਰਕੇ ਸਾਨੂੰ ਦਵਾਈਆਂ ਸਨ, ਅੱਜ ਉਹ ਖੋਣ ਦੇ ਯਤਨ ਕੀਤੇ ਜਾ ਰਹੇ ਨੇ। ਦੇਸ਼ ਦੇ ਵਾਸੀ ਪੰਜਾਬ ਪੰਜਾਬੀ ਵੱਖ-ਵੱਖ ਧਰਮਾਂ ਨਾਲ ਭਾਵੇਂ ਸੰਬੰਧਿਤ ਹੋਣ, ਹਿੰਦੂ ਮੁਸਲਮਾਨ ਸਿੱਖ ਵੀਰ ਸਾਰੇ ਹੀ ਰਲ ਮਿਲ ਕੇ ਆਪਣੀਆਂ ਜ਼ਮੀਨਾਂ ਦੀ ਲੜਾਈ ਦੇਸ਼ ਭਰ ਵਿੱਚ ਲੜ ਰਹੇ ਨੇ। ਵਿਦੇਸ਼ਾਂ ਵਿੱਚ ਬੈਠੀਆਂ ਹੋਈਆਂ ਸੰਗਤਾਂ ਹਰ ਪ੍ਰਕਾਰ ਤੋਂ ਸਹਿਯੋਗ ਦੇ ਰਹੀਆਂ ਨੇ। ਗੁਰੂ ਕਿਰਪਾ ਕਰਨ ਦੁਨੀਆ ਪੱਧਰ ਉੱਤੇ ਜਿਹੜਾ ਕਿਸਾਨੀ ਦਾ ਅੰਦੋਲਨ ਚੱਲ ਰਿਹਾ ਹੈ ਇਹ ਸਫਲ ਹੋਵੇ ਤੇ ਬਾਬਾ ਬੰਦਾ ਸਿੰਘ ਜੀ ਵੱਲੋਂ ਖਾਲਸਾ ਰਾਜ ਵੱਲੋਂ ਦਵਾਈਆਂ ਹੋਈਆਂ ਜ਼ਮੀਨਾਂ ਇਹ ਖੁੱਸਣ ਤੋਂ ਬਚ ਜਾਣ। ਪੰਜਾਬ ਅਤੇ ਇਹ ਸਾਰਾ ਦੇਸ਼ ਜਿਹੜੇ ਖੇਤੀ ਤੋਂ ਆਪਣੇ ਪਰਿਵਾਰਾਂ ਦਾ ਨਿਰਵਾਹ ਕਰਦੇ ਨੇ ਉਹ ਚੜ੍ਹਦੀ ਕਲਾ ਵਿੱਚ ਰਹਿਣ। ਗੁਰੂ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨ। ਅੰਦੋਲਨ ਦੀ ਸਫਲਤਾ ਦੀ ਅਰਦਾਸ ਕਰਦੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਦੀ ਰਹਿਨੁਮਾਈ ਵਿੱਚ ਗੁਰਮਤਿ ਸਮਾਗਮ ਹੋ ਰਹੇ ਨੇ। ਸਤਿਗੁਰੂ ਜੀ ਦਾ ਸ਼ੁਕਰ ਹੈ ਅਤੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਇਸ ਗੁਰਮਤਿ ਸਮਾਗਮ ਦੇ ਪ੍ਰਬੰਧਕ ਜਨਾਂ ਦਾ। ਅਤੀ ਸਤਿਕਾਰਯੋਗ ਭਾਈ ਰੇਸ਼ਮ ਸਿੰਘ ਸਾਹਿਬ ਜੀ ਜਿਹੜੇ ਬੜੇ ਪਿਆਰ ਨਾਲ ਜਥੇ ਨੂੰ ਹੁਕਮ ਕਰਕੇ ਹਰ ਸਾਲ ਆਪ ਸੰਗਤ ਦੇ ਪਿਆਰ ਸਦਕਾ ਇੱਥੇ ਸੱਦ ਕੇ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਵਾਉਂਦੇ ਨੇ। ਉਹਨਾਂ ਨਾਲ ਜਿਤਨੇ ਵੀ ਪ੍ਰਬੰਧਕ ਸਹਿਯੋਗੀ ਵੀਰ ਨੇ ਤਨ ਮਨ ਧਨ ਕਰਕੇ ਆਪ ਜੀ ਸਹਿਯੋਗ ਕਰਦੇ ਹੋ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੀਆਂ ਹੀ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਖੁਸਰੋਪੁਰ ਨਗਰ ਦੀ ਸੰਗਤ ਇਸ ਗੱਲ ਦੀ ਵਧਾਈ ਦੀ ਪਾਤਰ ਹੈ ਕਿ ਆਪ ਜੀ ਬੜੀ ਚੜ੍ਹਦੀ ਕਲਾ ਨਾਲ ਇਹ ਮਹਾਨ ਗੁਰਮਤਿ ਸਮਾਗਮ ਹਰ ਸਾਲ ਕਰਦੇ ਹੋ। ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸਮਾਗਮਾਂ ਦੀ ਲੜੀ ਚੱਲਦੀ ਰਹੇ, ਨਗਰਾਂ ਵਿੱਚ ਗੁਰਮਤਿ ਦਾ ਪ੍ਰਚਾਰ ਔਰ ਪਸਾਰ ਹੁੰਦਾ ਰਹੇ। ਸਾਊਂਡ ਵਾਲੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ। ਮੀਡੀਆ ਕਵਰੇਜ ਵਾਲੇ ਵੀਰਾਂ ਦਾ, ਸਿੰਘ ਟੀਵੀ ਲਾਈਵ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸਾਰਾ ਪ੍ਰੋਗਰਾਮ ਇਹ ਰਿਕਾਰਡ ਹੋ ਕੇ ਇੰਟਰਨੈਟ ਤੇ ਪੈ ਜਾਏਗਾ। ਕਦੀ ਵੀ ਸੰਗਤਾਂ ਇਹ ਦੀਵਾਨ ਗੁਰਮਤਿ ਸਮਾਗਮ 2 ਰੋਜ਼ਾ ਆਪ ਜੀ ਕਦੀ ਵੀ ਸੁਣ ਸਕਦੇ ਹੋ। ਸਾਰੀਆਂ ਸੰਗਤਾਂ ਦਾ ਧੰਨਵਾਦ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਉਹਨਾਂ ਦੇ ਨਾਂ ਉਤੋਂ ਗੱਤਕਾ ਅਖਾੜਾ ਵੈਲਫੇਅਰ ਸੁਸਾਇਟੀ ਪਿੰਡ ਆਲਮਗੀਰ ਕਾਲਾ ਸਿੰਘਿਆ ਡਿਸਟ੍ਰਿਕਟ ਕਪੂਰਥਲਾ ਤੋਂ ਉਹ ਸਾਰੇ ਸੇਵਾ ਵਿੱਚ ਹਾਜ਼ਰ ਨੇ। ਸਤਿਗੁਰੂ ਕਿਰਪਾ ਕਰਨ ਇਹਨਾਂ ਗਤਕਈ ਸਿੰਘਾਂ ਨੂੰ, ਸਾਰੀ ਜਥੇਬੰਦੀ ਨੂੰ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਣ। ਇਸੇ ਤਰ੍ਹਾਂ ਆਪਣੇ ਦਰ ਕਰਦੀਆਂ ਸੇਵਾਵਾਂ ਲੈਂਦੇ ਰਹਿਣ। ਨੌਜਵਾਨ ਵੀਰਾਂ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਿਆਰ ਨਾਲ ਸਮਾਗਮਾਂ ਵਿੱਚ ਵੀ ਹਾਜ਼ਰੀ ਭਰੀ ਤੇ ਤਨ ਮਨ ਧਨ ਦੀਆਂ ਸੇਵਾਵਾਂ ਵੀ ਉਹਨਾਂ ਕੀਤੀਆਂ। ਮਹਾਰਾਜ ਉਹਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖ ਕੇ ਉਹਨਾਂ ਨੂੰ ਉੱਚਾ ਸੁੱਚਾ ਚੜ੍ਹਦੀ ਕਲਾ ਵਾਲਾ ਜੀਵਨ, ਉਹਨਾਂ ਦੇ ਮਨ ਦੀਆਂ ਭਾਵਨਾ ਸਤਿਗੁਰੂ ਪੂਰੀਆਂ ਕਰਨ। ਗੁਰੂ ਕੇ ਵਜ਼ੀਰ, ਗੁਰੂ ਕੇ ਗ੍ਰੰਥੀ ਸਿੰਘ ਸਾਹਿਬਾਨ ਉਹਨਾਂ ਦਾ ਧੰਨਵਾਦ। ਅਤੇ ਸਟੇਜ ਸੰਚਾਲਕ ਦੀ ਸੇਵਾ ਨਿਭਾ ਰਹੇ ਸਿੱਖ ਪੰਥ ਦੇ ਸਤਿਕਾਰਯੋਗ ਢਾਡੀ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਗਿਆਨੀ ਜਸਵਿੰਦਰ ਸਿੰਘ ਜੀ ਸ਼ਾਂਤ, ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ 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 ਧੰਨਵਾਦ। ਪ੍ਰਬੰਧਕ ਜਨਾਂ ਦਾ ਸਹਿਯੋਗ ਕਰਦਿਆਂ ਹੋਇਆਂ ਉਹ ਆਪਣੀਆਂ ਸੇਵਾਵਾਂ ਨਾਲ ਦੇ ਰਹੇ ਨੇ। ਸਤਿਗੁਰੂ ਇਸੇ ਤਰ੍ਹਾਂ ਪਿਆਰ ਇਤਫਾਕ ਬਣਾਈ ਰੱਖਣ। ਸਾਰੀਆਂ ਸੰਗਤਾਂ ਨੂੰ ਜੀ ਆਇਆਂ। ਇੰਨਾ ਲੰਮਾ ਸਮਾਂ ਆਪ ਜੀ ਨੇ ਹਾਜ਼ਰੀ ਭਰੀ। ਸਤਿਗੁਰੂ ਆਪ ਜੀ ਦੀ ਇਹ ਤਪੱਸਿਆ, ਇਹ ਭਗਤੀ ਦਰ ਪ੍ਰਵਾਨ ਕਰਨ। ਸਾਰੀਆਂ ਸੰਗਤਾਂ ਦਾ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਸੀਸ ਬਖਸ਼ੋ। ਫਤਿਹ ਬੁਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।